तेरे कवन कवन गुण कह कह गावा, तू साहिब गुणी निधाना। तुमरी महिमा बरन ना साकों, तू ठाकुर ऊच भगवाना। धन वाहिगुरु जी जो प्राणी निस दिन भजै, रूप राम ते जान। हर जन हर अंतर नहीं, नानक साची मान। जो प्राणी निस दिन भजै, रूप राम ते जान। हर जन हर अंतर नहीं, नानक साची मान। वाहिगुरु जी का खालसा, वाहिगुरु जी की फतेह। सतगुरु गुरु ग्रंथ साहिब सच्चे पातशाह जी की पावन गोद में जुड़ बैठी गुरु प्यारी साध संगत जी, अज सतगुरु श्री गुरु तेग बहादुर सच्चे पातशाह महाराज जी उन्हां दा शहीदी दिहाड़ा अते उन्हां दे नाल उन्हां दे सामने तीन सिख जिहड़े शहीद होए, भाई मती दास, भाई सती दास ते भाई दयाला जी। अज आपां उन्हां नूं साध संगत जी याद करन वास्ते बैठे हां ते सतगुरु गुरु तेग बहादुर सच्चे पातशाह महाराज जी की बाणी ਜਿਹੜੇ ਉਹਨਾਂ ਦੇ ਸਾਧ ਸੰਗਤ ਜੀ 59 ਸ਼ਬਦ ਤੇ 57 ਸ਼ਲੋਕ ਨੇ, 59 ਸ਼ਬਦਾਂ ਦੀ ਆਪਾਂ ਵਿਚਾਰ ਕਰ ਚੁੱਕੇ ਹਾਂ ਤੇ ਜੋ ਸ਼ਲੋਕ ਚੱਲ ਰਹੇ ਨੇ ਉਹਦੇ ਵਿੱਚ 29ਵਾਂ ਸ਼ਲੋਕ ਹੈ, 29 ਇਸ ਸ਼ਲੋਕ ਦਾ ਨੰਬਰ ਹੈ। ਤੇ ਅੱਜ ਆਪਾਂ ਕੇਵਲ ਇੱਕ ਸ਼ਲੋਕ ਇਸ ਕਰਕੇ ਲਿਆ ਹੈ ਕਿ ਸਤਿਗੁਰੂ ਤੇ ਗੁਰਸਿੱਖਾਂ ਦੇ ਜੀਵਨ ਸੰਬੰਧੀ ਵਿਚਾਰਾਂ ਕਰਨੀਆਂ ਕਰਕੇ ਇਹਦੀ ਆਪਾਂ ਵਿਚਾਰ ਜ਼ਰੂਰ। ਪਹਿਲਾਂ ਜੋ ਚੱਲ ਰਹੀ ਲੜੀਵਾਰ ਕਥਾ ਹੈ ਤੇ ਸ਼ਲੋਕ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹੀ ਹੈ। ਜਿਵੇਂ ਸਤਿਗੁਰੂ ਬਖਸ਼ਿਸ਼ ਕਰਨਗੇ ਆਪਾਂ ਸਤਿਗੁਰੂ ਦੀ ਵਡਿਆਈ ਕਰਨੀ ਹੈ। ਆਓ ਸਾਧ ਸੰਗਤ ਮਨ ਦੇ ਟਿਕਾਓ ਇਕਾਗਰਤਾ ਦੇ ਵਾਸਤੇ ਸਾਰੀ ਸੰਗਤ ਕੋਈ ਰਸਨਾ ਵਾਂਝੀ ਨਾ ਰਹੇ। ਆਓ ਸਾਰੇ ਮਿਲ ਕੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਸਾਰੇ ਕਿਰਪਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਨ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਅਖਰੀ ਅਰਥ ਪਹਿਲਾਂ ਸਮਝੀਏ। ਜਦੋਂ ਮੈਂ ਇਸ ਸ਼ਬਦ ਨੂੰ ਬਾਰ-ਬਾਰ ਵਿਚਾਰਨ ਦਾ ਯਤਨ ਕੀਤਾ, ਕਿਉਂਕਿ ਆਪਾਂ ਇਸ ਸ਼ਲੋਕ ਨੂੰ ਤਕਰੀਬਨ 2 ਵੀਕਾਂ ਮੈਨੂੰ ਵਿਚਾਰਨ ਦਾ ਚਲੋ ਮੌਕਾ ਮਿਲ ਗਿਆ। ਜਿਹੜਾ ਜੋ ਸ਼ਬਦ ਹੈ ਨਾ, ਜੋ ਸ਼ਬਦ ਕੇਵਲ ਇੱਕੋ ਹੀ ਅੱਖਰ ਜਿਹੜਾ ਹੈ ਜੋ, ਇਹਦੇ ਤੋਂ ਹੀ ਅੱਗੇ ਨਹੀਂ ਮੇਰੇ ਤੋਂ ਤੁਰਿਆ ਜਾ ਰਿਹਾ। ਜਦੋਂ ਮੈਂ ਬਾਰ-ਬਾਰ ਸੋਚ ਰਿਹਾ ਸੀ ਵੀ ਇਹਦੀ ਵਿਆਖਿਆ ਕਰਨੀ ਹੈ ਤੇ ਜੋ ਸ਼ਬਦ ਹੀ ਇੰਨੀ ਮੇਰੇ ਅੰਦਰ ਵਿਸ਼ਾਲਤਾ ਪੈਦਾ ਕਰ ਗਿਆ ਕਿ ਮੇਰੇ ਤੋਂ ਜੋ ਸ਼ਬਦ ਤੋਂ ਅੱਗੇ ਹੀ ਨਹੀਂ ਵਧਿਆ ਗਿਆ ਵੀ ਹੋਰ ਮੈਂ ਬਾਕੀ ਵਿਚਾਰ ਕੀ ਕਰਾਂ। ਇਹ ਏਡਾ ਵੱਡਾ ਵਿਸ਼ਾਲ ਸ਼ਬਦ ਹੈ ਜੋ ਸ਼ਬਦ ਇਕੱਲਾ ਹੀ। ਤੁਸੀਂ ਕਹੋਗੇ ਵੀ ਵਿਸ਼ਾਲ ਕਿਵੇਂ? ਜਦੋਂ ਅਸੀਂ ਬਾਕੀ ਧਰਮਾਂ ਦਾ ਜ਼ਿਕਰ ਕਰਦੇ ਹਾਂ ਤੇ ਦੂਸਰੇ ਧਰਮਾਂ ਦੇ ਵਿੱਚ ਕਿਸੇ ਧਰਮ ਦੇ ਦੂਸਰੇ ਗ੍ਰੰਥ ਵਿੱਚ ਉਸ ਦੇ ਮੰਨਣ ਵਾਲੇ ਤੋਂ ਦੂਜੇ ਦਾ ਨਾਮ ਨਹੀਂ ਮਿਲੇਗਾ। ਜਿਵੇਂ ਉਦਾਹਰਨ ਦੇ ਤੌਰ ਤੇ ਤੁਹਾਨੂੰ ਇਸਲਾਮ ਦੇ ਵਿੱਚ ਰਾਮ ਸ਼ਬਦ ਨਹੀਂ ਮਿਲਣਾ ਤੇ ਤੁਹਾਨੂੰ ਹਿੰਦੂ ਧਰਮ ਦੇ ਗ੍ਰੰਥ ਵਿੱਚ ਅੱਲਾ ਸ਼ਬਦ ਨਹੀਂ ਮਿਲਣਾ। ਤੁਹਾਨੂੰ ਮਸੀਤ ਵਿੱਚ ਮਸੀਤ ਵਿੱਚ ਹਿੰਦੂ ਨਹੀਂ ਜਾ ਸਕਦਾ, ਮੰਦਿਰ ਵਿੱਚ ਮੁਸਲਮਾਨ ਨਹੀਂ ਆ ਸਕਦਾ। ਜਦੋਂ ਮੈਂ ਜੋ ਸ਼ਬਦ ਹੀ ਵੇਖਿਆ ਮੈਂ ਕਿਹਾ ਮਹਾਰਾਜ ਤੁਸੀਂ ਤੇ ਕਮਾਲ ਹੀ ਕਰਤੀ। ਏਡਾ ਵਿਸ਼ਾਲ ਸ਼ਬਦ ਵਰਤਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿ ਇਹਦੇ ਵਿੱਚ ਕਿਹਾ ਹਰੀ ਜਾਂਦਾ ਤੇ ਪਰਮਾਤਮਾ ਦਾ ਕੋਈ ਅੰਤਰ ਨਹੀਂ, ਉਹ ਇੱਕ ਰੂਪ ਨੇ। ਤੇ ਹੁਣ ਮਹਾਰਾਜ ਨੇ ਕਿਹਾ ਜਦੋਂ ਇੱਕ ਰੂਪ ਕਹਿਣਾ ਹੈ ਤੇ ਕੀ ਉਹ ਖਾਸ ਧਰਮ ਦਾ ਬੰਦਾ ਹੋਏਗਾ, ਕੀ ਖਾਸ ਜਾਤ ਦਾ ਬੰਦਾ ਹੋਏਗਾ, ਕੀ ਖਾਸ ਕੁਲ ਦਾ ਬੰਦਾ ਹੋਏਗਾ, ਜਾਂ ਕਿਸੇ ਖਾਸ ਇਲਾਕੇ ਵਿੱਚ ਪੈਦਾ ਹੋਇਆ ਹੋਵੇਗਾ? ਮਹਾਰਾਜ ਨੇ ਕਿਹਾ ਨਹੀਂ, पूरी दुनिया दे विच महाराज ने कहा कोई भी इंसान हो सकता, कोई भी प्राणी हो सकता, दोनों की गल ढुकदी है, औरत हो चाहे मर्द होवे। जदों असीं जो प्राणी कहना ते दोनों की गल है, औरत भी ते मर्द भी। महाराज कहते हैं कि एडी वड्डी विशालता विखाई गुरु तेग बहादुर महाराज जी ने। कहते जेड़ा भी जीव निस दिन का मतलब होंदा दिन ते रात, निस कहते ने रात नूं,
दिन ਅਸੀਂ ਸਾਰੇ ਸਮਝ ਗਏ। ਮਹਾਰਾਜ ਕਹਿੰਦੇ ਦਿਨ ਰਾਤ ਜਿਹੜਾ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੀ ਯਾਦ ਵਿੱਚ ਆਪਣੀ ਜ਼ਿੰਦਗੀ ਬਤੀਤ ਕਰੇ, ਉਹਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਜੋ ਪ੍ਰਾਣੀ ਨਿਸ ਦਿਨ ਭਜੈ, ਨਿਸ ਦਿਨ ਦਿਨ ਰਾਤ ਭਜੇ ਦਾ ਮਤਲਬ ਯਾਦ ਕਰੇ, ਸਿਮਰੇ ਪਰਮਾਤਮਾ ਦੀ ਭੈ ਭਾਵਨੀ ਰਜਾ ਨੂੰ ਸਮਝੇ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ। ਕਮਾਲ ਹੋ ਗਈ। ਇੱਕ ਬੰਨੇ ਬਾਣੀ ਕਹਿੰਦੀ ਹੈ ਕਿ ਉਹਦਾ ਕੋਈ ਰੂਪ ਨਹੀਂ, ਉਹਦੀ ਕੋਈ ਸ਼ਕਲ ਸੂਰਤ ਨਹੀਂ, ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਦੂਸਰੇ ਬੰਨੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜੇ ਕਿਸੇ ਰੱਬ ਦੇ ਪ੍ਰਤੱਖ ਦਰਸ਼ਨ ਕਰਨੇ ਤੇ ਉਸ ਤੇ ਕਰ ਲਓ ਜਿਹਦੇ ਵਿੱਚ ਪਰਮਾਤਮਾ ਵਾਹਿਗੁਰੂ ਦਾ ਆਪਣਾ ਨਿਵਾਸ ਤੇ ਦਿਨ ਰਾਤ ਉਹ ਪਰਮਾਤਮਾ ਦੀ ਬੰਦਗੀ ਵਿੱਚ ਜੁੜਿਆ, ਉਹ ਰੱਬ ਦਾ ਹੀ ਰੂਪ ਹੈ। ਵੇਖੋ ਕਿਆ ਕਮਾਲ ਕਰਦੀ ਮਹਾਰਾਜ ਨੇ। ਹੁਣ ਜਦੋਂ ਮੈਂ ਦੇਖ ਰਿਹਾ ਸੀ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੋ ਕਹਿਣਾ ਚਾਹੁੰਦੇ ਆ, ਤੇ ਗੁਰਮੁਖੋ ਦੂਸਰੇ ਬੰਨੇ ਜੋ ਅਸੀਂ ਸਮਾਜ ਦੀ ਗੱਲ ਦੇਖਦੇ ਹਾਂ, ਜਿੱਥੋਂ ਮੈਂ ਕਿਹਾ ਸੀ ਵੀ ਜੋ ਸ਼ਬਦ ਦੀ ਜੀ ਵਿਆਖਿਆ ਇਕੱਲੇ ਦੀ ਕਰਨੀ ਹੋਵੇ ਤਾਂ ਜਦੋਂ ਅਸੀਂ ਸਮਾਜ ਵਿੱਚ ਵੇਖਦੇ ਹਾਂ ਤੇ ਜਿਹੜੇ ਲੋਕ ਧਾਰਮਿਕ ਅਸਥਾਨਾਂ ਤੇ ਬੈਠੇ ਸਨ, ਉਹਨਾਂ ਨੇ ਰੱਬ ਭਗਵਾਨ ਵਾਹਿਗੁਰੂ ਨੂੰ ਨਹੀਂ ਜਾਣਿਆ, ਤੇ ਜਿਨ੍ਹਾਂ ਨੂੰ ਰੱਬ ਦੇ ਘਰ ਵਿੱਚ ਆਉਣ ਤੋਂ ਮਨਾਹੀ ਸੀ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਉਹ ਰੱਬ ਦਾ ਰੂਪ ਹੋ ਗਏ। ਕਿਆ ਵਿਲੱਖਣ ਹੈ। ਜਿਹੜਾ ਮੰਦਿਰ 'ਚ ਜਾਂ ਮਸਜਿਦ 'ਚ ਜਾਂ ਗੁਰਦੁਆਰਾ, ਜਦੋਂ ਅੱਜ ਸ਼ਬਦ ਵਰਤ ਰਹੇ ਆਪਾਂ ਸਾਰੇ ਧਾਰਮਿਕ ਸਥਾਨ ਦੀ ਗੱਲ ਕਰ ਲਈ, ਜਿਹੜਾ ਉਹਦੇ 'ਚ ਬੈਠਾ ਹੈ ਉਹ ਤਾਂ ਕੇਵਲ ਇੱਕ ਫਾਰਮੈਲਿਟੀ ਕਰ ਰਿਹਾ ਤੇ ਕਰਮ ਕਾਂਡ ਦੇ ਤੌਰ ਤੇ ਆਪਣੀ ਜ਼ਿੰਦਗੀ ਕੱਢ ਰਿਹਾ ਹੈ। ਤੇ ਜਿਹੜਾ ਆਇਆ ਹੀ ਨਹੀਂ ਉੱਥੇ, ਮਹਾਰਾਜ ਕਹਿੰਦੇ ਨੇ ਉੱਥੇ ਰੱਬ ਦਾ ਰੂਪ ਹੋ ਗਿਆ। ਮੈਂ ਬਾਣੀ 'ਚ ਸਾਰੇ ਸ਼ਬਦ ਕਹਿਣੇ। ਕਬੀਰ ਸਾਹਿਬ ਨੂੰ ਮੰਦਿਰ 'ਚ ਜਾਣ ਦਾ ਕੋਈ ਅਧਿਕਾਰ ਨਹੀਂ। ਉਹਨਾਂ ਨੂੰ ਤੇ ਇਹ ਕਿਹਾ ਜਾਂਦਾ ਵੀ ਸ਼ੂਦਰ ਨੇ ਨਾ ਤੇ ਇਹ ਰੱਬ ਦਾ ਨਾਮ ਲੈ ਸਕਦੇ ਨਾ ਸੁਣ ਸਕਦੇ। ਰਵਿਦਾਸ ਭਗਤ ਵਰਗਿਆਂ ਨੂੰ ਕੌਣ ਕਹਿੰਦਾ ਸੀ ਤੁਸੀਂ ਰੱਬ ਦਾ ਨਾਮ ਲਓ? ਉਹਨਾਂ ਨੂੰ ਜਿਹੜੀ ਸ਼੍ਰੇਣੀ 'ਚ ਰੱਖਿਆ ਗਿਆ। ਨਾਮਦੇਵ ਭਗਤ ਵਰਗਿਆਂ ਨੂੰ ਕਿਹੜੀ ਸ਼੍ਰੇਣੀ 'ਚ ਰੱਖਿਆ ਗਿਆ? ਧਾਰਮਿਕ ਆਗੂਆਂ ਵੱਲੋਂ। ਪਰ ਜਦੋਂ ਉਹਨਾਂ ਨੇ ਹਰ ਜਨ ਹਰ ਅੰਤਰ ਨਹੀਂ ਵਾਲੀ ਜਿਹੜੀ ਅਵਸਥਾ ਉਹਨਾਂ ਦੀ ਬਣ ਗਈ, ਜਿਹੜੇ ਨਿਸ ਦਿਨ ਪਰਮਾਤਮਾ ਨਾਲ ਜੁੜੇ, ਇੱਕ ਦਿਨ ਉਹ ਆ ਗਿਆ ਜਦੋਂ ਕਬੀਰ ਸਾਹਿਬ ਨੂੰ ਖੁਦ ਕਹਿਣਾ ਪੈ ਗਿਆ ਰਾਮ ਕਬੀਰਾ ਏਕ ਭੈ ਹੈ, ਹਰ ਜਨ ਹਰ ਅੰਤਰ ਨਹੀਂ। ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕਦਾ ਪਛਾਣੀ। ਹੁਣ ਕੋਈ ਪਛਾਣ ਨਹੀਂ ਸਕਦਾ ਕਿ ਰੱਬ ਵਿੱਚ ਤੇ ਕਬੀਰ ਵਿੱਚ ਕੋਈ ਅੰਤਰ ਹੋ ਗਿਆ। ਪਰ ਦੂਸਰੀ ਗੱਲ ਹੋਰ ਸਮਝਿਓ, ਰੱਬ ਦਾ ਰੂਪ ਹੋਣ ਤੋਂ ਬਾਅਦ ਵੀ ਉਹਨਾਂ ਇਹ ਨਹੀਂ ਕਿਹਾ ਕਿ ਮੈਂ ਰੱਬ ਹਾਂ। ਨਹੀਂ, ਕਬੀਰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਤ ਤੂੰ। ਕਹਿੰਦੇ ਉਹ ਤੂੰ ਵਿੱਚ ਹੀ ਸਮਾ ਗਿਆ। ਹੁਣੇ ਤੁਸੀਂ ਜਿਹੜਾ ਸ਼ਬਦ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਰਵਣ ਕੀਤਾ ਹੈ, ਉਹਦੇ ਚ ਮਹਾਰਾਜ ਨੇ ਕਿਹਾ ਕਿ ਨਾਨਕ ਲੀਨ ਭਇਓ ਗੋਬਿੰਦ ਸਿਉ। ਐਦਾਂ ਲੀਨ ਹੋ ਗਿਆ ਤੇ ਉਹਦੇ ਵਿੱਚ ਜਿਉਂ ਪਾਣੀ ਸੰਗ ਪਾਣੀ। ਹੁਣ ਜਿਹੜੀਆਂ ਨਦੀਆਂ ਨੇ ਜਾਂ ਦਰਿਆ ਨੇ ਉਹਨਾਂ ਦੇ ਨਾਮ ਨੇ ਸਾਧ ਸੰਗਤ ਜੀ। ਅਸੀਂ ਨਦੀਆਂ ਦਰਿਆਵਾਂ ਦੇ ਨਾਮ ਲੈਂਦੇ ਆ। ਨਾਮ ਉਹਨਾਂ ਚਿਰ ਨਦੀਆਂ ਦਰਿਆਵਾਂ ਦੇ ਜਦ ਤੱਕ ਸਮੁੰਦਰ ਤੋਂ ਦੂਰ ਰਹਿੰਦੀਆਂ ਨੇ। ਜਿਹੜੀ ਨਦੀ ਦਰਿਆ ਸਮੁੰਦਰ ਦੇ ਵਿੱਚ ਆ ਕੇ ਮਿਕਸ ਹੋ ਜਾਂਦੀ, ਮਿਲ ਜਾਂਦੀ ਹੈ, ਦੱਸੋਗਾ ਸਮੁੰਦਰ ਨੂੰ ਕਹੋ ਵੀ ਦੱਸ ਕਿਹੜੀ ਨਦੀ ਦਾ ਪਾਣੀ ਤੇਰੇ ਵਿੱਚ ਆ ਕੇ ਸਮਾਇਆ? ਨਹੀਂ ਦੱਸ ਸਕਦਾ। ਉਹ ਪਾਣੀ ਉਹਦੇ ਵਿੱਚ ਇਸ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਮਹਾਰਾਜ ਦੀ ਬਾਣੀ ਚ ਗਿਆ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਖੈਰ ਮੈਂ ਸ਼ਲੋਕ ਤੇ ਜ਼ਿਆਦਾ ਸਮਾਂ ਨਾ ਲਵਾਂ। ਮਹਾਰਾਜ ਇੱਥੇ ਕਹਿ ਰਹੇ ਨੇ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ। ਉਹਨੂੰ ਰੱਬ ਦਾ ਰੂਪ ਜਾਣ ਲੋ ਜਿਹੜਾ ਹਰੀ ਜਨ ਪਰਮਾਤਮਾ ਵਾਹਿਗੁਰੂ ਦੇ ਨਾਲ ਉਹ ਨਿਸ ਦਿਨ ਉਹਨੂੰ ਯਾਦ ਕਰਦਾ। ਉਹਦੇ ਚ ਮਹਾਰਾਜ ਨੇ ਕਿਹਾ ਹਰ ਜਨ ਹਰ ਅੰਤਰ ਨਹੀਂ। ਮਹਾਰਾਜ ਨੇ ਕਿਹਾ ਹਰੀ ਦਾ ਜਨ ਤੇ ਹਰੀ ਵਿੱਚ ਕੋਈ ਅੰਤਰ ਨਹੀਂ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਇਹਨੂੰ ਕੋਈ ਇਹ ਨਾ ਸਮਝੇ ਵੀ ਮੈਂ ਉੱਪਰੋਂ ਕਹਿ ਰਿਹਾ, ਇਹਨੂੰ ਨਾਨਕ ਸਾਚੀ ਮਾਨ, ਇਹ ਗੱਲ ਸੱਚੀ ਕਰਕੇ ਮੇਰੀ ਜਾਣ ਲਓ, ਉਹਨਾਂ ਵਿੱਚ ਅੰਤਰ ਕੋਈ ਨਹੀਂ ਹੁੰਦਾ। ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕਰਦੇ ਹਾਂ ਤੇ ਸਾਧ ਸੰਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲ ਜਦੋਂ ਭਾਈ ਲਹਿਣਾ ਜੀ ਆਉਂਦੇ ਆ ਤੇ ਮਹਾਰਾਜ ਜਦੋਂ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਦੇ ਆ ਤੇ ਉਦੋਂ ਕੀ ਹੋ ਜਾਂਦਾ? ਆਪਾਂ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਰੂਪ ਹੋ ਗਏ ਗੁਰੂ ਅੰਗਦ ਦੇਵ ਜੀ। ਰੂਪ ਕੀ ਹੋ ਗਏ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਰਗੂ ਨਕਸ਼ ਨੈਣ ਉਤਰਾਂ ਦੇ ਬਣ ਗਏ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਬਾਹਰੀ ਸਰੀਰ ਦਾ ਢਾਂਚਾ ਗੁਰੂ ਅੰਗਦ ਸਾਹਿਬ ਦਾ ਉਦਾਂ ਦਾ ਬਣ ਗਿਆ। ਰੂਪ ਦਾ ਕੀ ਅਰਥ ਹੋਇਆ? ਇਹਦਾ ਮਤਲਬ ਜੋ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਿੱਚ ਵਾਹਿਗੁਰੂ ਪਰਮਾਤਮਾ ਦੀ ਵਰਤ ਰਹੀ, ਉਹ ਜੋਤ ਨੂੰ ਗੁਰੂ ਅੰਗਦ ਸਾਹਿਬ ਵਿੱਚ ਟਿਕਾ ਦਿੱਤਾ। ਅੰਦਰਲੀ ਜੋਤ ਜਦੋਂ ਰਲ ਗਈ ਨਾਲ ਗੁਰੂ ਨਾਨਕ ਸਾਹਿਬ ਦਾ ਰੂਪ ਹੀ ਹੋ ਗਏ। ਗੁਰੂ ਅਮਰਦਾਸ ਮਹਾਰਾਜ ਬਾਣੀ ਚ ਮਹਾਰਾਜ ਨੇ ਕਿਹਾ ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰੇ। ਇਹਦਾ ਮਤਲਬ ਕੀ ਹੋਇਆ? ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਤੁਸੀਂ ਹੀ ਲੈਣੇ ਹੋ, ਤੁਸੀਂ ਹੀ ਗੁਰੂ ਅਮਰਦਾਸ ਹੋ। ਮੈਂ ਕਹਿ ਰਿਹਾ ਜਿਹੜੀ ਇਹ ਗੱਲ ਹੈ ਨਾ ਸਾਧ ਸੰਗਤ, ਗੁਰੂ ਸਾਹਿਬ ਦਾ ਬਚਨ
ये बहुत डगियाई वाला है कि जो प्राणी निस दिन भजै रूप राम ते जान। असल विच हकीकत यह है ਅਸੀਂ केवल शब्दों ਨੂੰ ਵੇਖ ਕੇ ਉਹਦੀ व्याख्या कर सकते हैं, पर इस शब्द ਨੂੰ ਜੇ ਮਾਣਿਆ ਤੇ गुरु तेग बहादुर साहब ने खुद माणिया है। जे ਅਸੀਂ हर जन हर अंतर का जिक्र करांगे ना, ये गुरु तेग बहादुर साहब बारे कहा जा सकता, महाराज तुसी ही हरि जन ते हरि का रूप हो गए हो, ਅਸੀਂ ਤਾਂ केवल ਉਹਦੀ व्याख्या कर सकते हैं। ਜਾਂ ਇਉਂ ਕਹਿ ਲਓ ਅਸੀਂ गुरु ग्रंथ साहब ਦੇ ਵਿੱਚੋਂ ਪ੍ਰਮਾਣ ਲੈ ਸਕਦੇ ਹਾਂ कि महाराज ने बाणी च कहा भी रब का रूप ही हो जाता, रब का जिहड़ा उहनूं जपण वाला हर का सेवक सो हर जिहा भेद न जानो मानस दिया, ਉਹਦੇ ਵਿੱਚ कोई अंतर नहीं रह जाता। खैर गुरु तेग बहादुर महाराज जी कहते रब का रूप हो गया जिन्हें हरि परमात्मा वाहिगुरू नूं याद किया, ਉਹਦਾ सिमरन किया। एक बार फिर श्लोक नूं दोहरा दिया, फिर आपां गुरु साहब के जीवन ते आउंदे आ कि जो प्राणी निस दिन भजै रूप राम ते जान हर जन हर अंतर नहीं नानक साची मान। ਉਹਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ। ਤੇ ਸੱਚਮੁੱਚ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਸਨਮੁਖ ਸ਼ਹੀਦ ਹੋਣ ਵਾਲੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਉਹਨਾਂ ਬਾਰੇ ਕਹਿ ਸਕਦੇ ਹਾਂ ਅੱਜ ਅਸੀਂ ਕਿ ਹਰ ਜਨ ਹਰ ਅੰਤਰ ਨਹੀਂ, ਸੱਚਮੁੱਚ ਹੀ ਅੰਤਰ ਕੋਈ ਨਹੀਂ ਹੈ ਉਹਨਾਂ ਦੇ ਵਿੱਚ। ਆਓ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਨਾਲ ਜੁੜੀਏ। गुरु तेग बहादुर सच्चे पातशाह मार के मैं उन्होंने जीवन ज्यादा नहीं, क्योंकि शहादत वाला दिन आप वो ज्यादा केंद्रित रहना। श्री गुरु तेग बहादुर सच्चे पातशाह महाराज जी साध संगत जो गुरता गद्दी ते विराजमान होंगे तो महाराज ने माखोवाल की जगह खरीद के आनंदपुर का नगर वसाया। मैं इतों शुरुआत करता, सतगुरु महाराज जी ने नगर वसाना शुरू किया। गुरु तेग बहादुर महाराज जी की जो प्रचार फेरी का जिक्र करिए ते गुरु नानक साहब जी तो बाद गुरु तेग बहादुर महाराज जी ने बहुत प्रचार फेरी की है। गुरु तेग बहादुर साहब गुरु नानक साहब तो बाद बहुत दूर दूर तक महाराज गए, ढाका असम बंगाल ये सारा जिक्र होता है महाराज का। बड़ा लंबा समा सतगुरु महाराज जी प्रचार दौरियां ते रहिंदे। श्री गुरु तेग बहादुर सच्चे पातशाह महाराज जी जदों अपने परिवार नूं नाल लैके सतगुरु महाराज जी असम ढाका ते बंगाल नूं जांदे ने, ਇਹਦਾ ਜ਼ਿਕਰ ਆਉਂਦਾ ਕਿ ਸਨ 1669 ਦਾ ਮਹਾਰਾਜ ਉਸ ਇਲਾਕੇ ਵਿੱਚ ਵਿਚਰ ਰਹੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਦੀ ਖਬਰ ਵੀ ਸਤਿਗੁਰੂ ਮਹਾਰਾਜ ਜੀ ਨੂੰ ਇੱਧਰ ਹੀ ਢਾਕਾ ਅਸਾਮ ਬੰਗਾਲ ਇੱਧਰ ਹੀ ਮਹਾਰਾਜ ਨੂੰ ਮਿਲਦੀ, ਕਿਉਂਕਿ 1666 ਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੁੰਦਾ ਪਟਨਾ ਸਾਹਿਬ ਦੀ ਧਰਤੀ ਤੇ। इधर औरंगजेब बादशाह ने, हिंदुस्तान का बादशाह औरंगजेब है, उन्हें जुल्म करना शुरू करता। गुरु तेग बहादुर महाराज जी पंजाब च नहीं, 1669 ਦੇ ਵਿੱਚ औरंगजेब बादशाह एक हुक्म करता है, ਉਹਦੇ ਵਿੱਚ ਕਹਿੰਦਾ ਕਿ ਹਿੰਦੂਆਂ ਦੇ ਧਾਰਮਿਕ ਜਿਹੜੇ ਮੰਦਿਰ ਨੇ, ਧਰਮ ਸਥਾਨ ਨੇ ਢਾਹ ਦਿੱਤੇ ਜਾਣ, ਇਹਨਾਂ ਤੇ ਜ਼ੁਲਮ ਕੀਤਾ ਜਾਏ ਤੇ ਇਹਨਾਂ ਨੂੰ ਇਸਲਾਮ ਦੇ ਵਿੱਚ ਲਿਆਂਦਾ ਜਾਏ। ਇਹ 1669 ਚ ਉਹਨੇ ਐਲਾਨ ਕਰ ਦਿੱਤਾ। ਫਿਰ ਹੌਲੀ ਹੌਲੀ ਉਹਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ। फिर उन्हें सब तो पहला कश्मीर नूं चुनिया, इथों का जिहड़ा गवर्नर सी वो सी शेर अफगान। जदों उन्हें इधरले बने इउं कह लो कि जुल्म करना शुरू किया, गुरु तेग बहादुर महाराज नूं खबरां पहुंच जांदियां ने कि पंजाब के हालात ठीक नहीं। महाराज उत्थों चलते हैं, गुरु तेग बहादुर सच्चे पातशाह महाराज जी परिवार नूं मिलते हैं पटना साहब, उत्थे कह दिंदे आ कि जदों असीं हुक्म करांगे तां तुसीं आउणा, उन्ना चिर परिवार उत्थे। महाराज उत्थों चलते हैं ते सतगुरु मंजिलां नूं मारदे 2-3 महीनिਆਂ ਵਿੱਚ महाराज आनंदपुर साहब पहुंच जाते गुरु तेग बहादुर महाराज जी। आ देखियो हुण साध संगत इन्ना ही फर्क है गुरु दा, समर्थ दा ते जेड़ा मनुखता दा भला चाहुंदा, ਉਹਦੇ ਚ ਇੰਨਾ फर्क है। ਉਹਨੂੰ पता लग गया पंजाब च अग लगी है ਤੇ ਗੁਰੂ ਉਧਰੋਂ ਦੌੜਿਆ ਆਇਆ। ਹਾਲਾਂਕਿ ਇਹ ਵੀ ਪਤਾ ਕਿ ਸਿੱਖ ਧਰਮ ਉੱਤੇ ਕੋਈ ਜ਼ੁਲਮ ਨਹੀਂ ਹੋ ਰਿਹਾ, ਸਿੱਖ ਧਰਮ ਦਾ ਕੋਈ ਗੁਰਦੁਆਰਾ ਨਹੀਂ ਢਾਇਆ ਜਾ ਰਿਹਾ, ਸਿੱਖ ਧਰਮ ਦਾ ਕੋਈ ਸਥਾਨ ਨਹੀਂ ਢਾਇਆ, ਸਿੱਖਾਂ ਉੱਤੇ ਕੋਈ ਜ਼ੁਲਮ ਨਹੀਂ ਹੋ ਰਿਹਾ। ਆਹੀ ਫਰਕ ਹੈ। ਜਿਹੜਾ ਇਹ ਸਮਝ ਆਉਂਦਾ ਨਾ ਵੀ ਰੱਬ ਦਾ ਰੂਪ ਜਦੋਂ ਬਣ ਜਾਂਦਾ, ਉਹਨੂੰ ਤੇ ਸਾਰੀ ਮਨੁੱਖਤਾ ਇੱਕੋ ਲੱਗਦੀ ਹੈ ਨਾ, ਉਹਦੇ ਵਾਸਤੇ ਸਾਰੇ ਇੱਕ ਨੇ। ਮਹਾਰਾਜ ਨੂੰ ਪਤਾ ਲੱਗਾ ਪੰਜਾਬ ਦੀ ਧਰਤੀ ਤੇ, ਮਹਾਰਾਜ ਨੇ ਦੇਖਿਆ ਵੀ ਅੱਗ ਲੱਗੀ ਪਈ ਹੈ। ਮਹਾਰਾਜ ਜਦੋਂ ਦੌੜੇ ਆਉਂਦੇ ਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਅੱਜ ਵਾਂਗੂ ਕਿ ਅੱਜ ਕੀ ਹੋ ਰਿਹਾ, ਅੱਜ ਅਸੀਂ ਦੂਜਿਆਂ ਨੂੰ ਮਰਵਾਉਣ ਵਾਸਤੇ ਜ਼ੋਰ ਦੇ ਰਹੇ, ਤਗੜੇ ਹੋ ਜਾਓ, ਤਗੜੇ ਹੋ ਜਾਓ। ਆਪ ਨਹੀਂ, ਆਪ ਜਦੋਂ ਵੀ ਕਿਤੇ ਤੁਸੀਂ ਦੇਖੋਗੇ, ਮੇਰੀ ਬੇਨਤੀ ਸਮਝਿਓ ਜੀ, ਅਜੋਕਾ ਆਗੂ ਕੀ ਕਰਦਾ ਹੈ, ਉਹ ਦੂਸਰੇ ਦੇ ਧੀਆਂ ਪੁੱਤ ਮਰਵਾ ਕੇ ਤੇ ਆਪ ਕੁਰਸੀਆਂ ਤੇ ਬਹਿ ਜਾਂਦਾ ਹੈ। ਅਸਲੀ ਧਰਮੀ ਬੰਦਾ ਉਹ ਹੁੰਦਾ ਜਿਹੜਾ ਪਹਿਲਾ ਮੈਦਾਨ ਵਿੱਚ ਆਪ ਖੁਦ ਪੁੱਜਦਾ ਹੈ,
ਪਹਿਲਾਂ ਮੈਂ ਮਰਾਂਗਾ, ਬਾਕੀਆਂ ਦੀ ਗੱਲ ਤੇ ਬਾਅਦ ਹੋ ਜਾਊਗੀ। ਅੱਜ ਕੀ ਹੋ ਰਿਹਾ ਪੰਜਾਬ ਵਿੱਚ? ਅੱਜ ਵੀ ਤਾਂ ਹੀ ਕੁਝ ਹੋ ਰਿਹਾ ਨਾ। ਮਰਵਾਉਣ ਵਾਸਤੇ ਦੂਜਿਆਂ ਦੇ ਧੀਆਂ ਪੁੱਤਰਾਂ ਨੂੰ ਅੱਗੇ ਕਰ ਦਿਓ ਤੁਸੀਂ, ਤੇ ਆਪ ਫਿਰ ਪੂਜਾ ਮਾਣੋਗੇ। ਖੈਰ ਮੈਂ ਤਾਂ ਕਹਿ ਰਿਹਾ ਕਿ ਮੇਰਾ ਫਰਜ਼ ਬਣਦਾ ਪ੍ਰਚਾਰਕ ਹੋਣ ਦੇ ਨਾਤੇ ਸੁਚੇਤ ਕਰਨਾ। ਜੇ ਅਸੀਂ ਗੁਰੂ ਸਾਹਿਬ ਦੇ ਇਤਿਹਾਸ ਸੁਣਦੇ ਆ ਤੇ ਉਹਨਾਂ ਤੋਂ ਕੋਈ ਸਿੱਖਿਆ ਤਾਂ ਲੈਣੀ ਬਣਦੀ ਹੈ ਨਾ। ਮਹਾਰਾਜ ਆਉਂਦੇ ਨੇ ਪੰਜਾਬ, ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਭ ਨੂੰ ਕਹਿੰਦੇ ਨੇ, ਭੈ ਕਾਮ ਕੋ ਦੇਤ ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਮਹਾਰਾਜ ਕਹਿੰਦੇ ਨਾ ਭੈ ਦੇਣਾ, ਨਾ ਕਿਸੇ ਦਾ ਭੈ ਮੰਨਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ। ਇਧਰ ਸਾਧ ਸੰਗਤ ਜੀ ਕਸ਼ਮੀਰੀ ਪੰਡਤ ਜਿਹੜੇ ਆ, ਉਹਨਾਂ ਉੱਤੇ ਜਦੋਂ ਜ਼ੁਲਮ ਹੋਣਾ ਸ਼ੁਰੂ ਹੋਇਆ ਤੇ ਕਿਰਪਾ ਰਾਮ, ਇਹ ਗੁਰੂ ਘਰ ਦਾ ਨਵਾਜਿਆ ਹੋਇਆ ਸਿੱਖ ਹੈ। ਕਿਰਪਾ ਰਾਮ ਜਿਹੜਾ, ਇਹੀ ਕਿਰਪਾ ਰਾਮ ਨੇ ਚਮਕੌਰ ਦੀ ਗੜੀ ਦੇ ਅੰਦਰ ਜਦੋਂ ਖੰਡੇ ਬੱਟ ਦੀ ਪੌਲ ਲੈਣ ਤੋਂ ਬਾਅਦ ਚਮਕੌਰ ਦੀ ਗੜੀ 'ਚ ਸ਼ਹੀਦ ਵੀ ਹੋਇਆ ਹੈ। ਇਹ ਜਿਹੜਾ ਸਿੱਖ ਹੈ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਿਆ ਸਾਧ ਸੰਗਤ ਜੀ, ਜਦੋਂ ਉਹਨਾਂ ਨੇ ਦੇਖਿਆ ਵੀ ਜ਼ੁਲਮ ਹੋ ਰਿਹਾ, ਸ਼ੇਰ ਅਫਗਾਨ ਅਤਿਆਚਾਰ ਕਰ ਰਿਹਾ, ਫਿਰ ਕਹਿੰਦੇ ਹੁਣ ਕਰੀਏ ਕੀ? ਇਹਦੇ ਬਾਰੇ ਇਤਿਹਾਸਕਾਰ ਕਹਿੰਦੇ ਆ ਕਿ ਉਹਨਾਂ ਨੇ ਵੱਖ-ਵੱਖ ਆਪਣੇ ਧਰਮ ਸਥਾਨਾਂ ਦੀ ਯਾਤਰਾ ਕੱਢੀ। ਇਉਂ ਕਹਿ ਲਓ ਆਪਣੇ ਧਾਰਮਿਕ ਆਗੂਆਂ ਕੋਲੇ ਵੀ ਗਏ ਵੀ ਮਰਦੇ ਪਏ ਆ, ਹੁਣ ਸਾਡੀ ਕੋਈ ਬਾਂਹ ਫੜੇ। ਕੋਈ ਬਾਂਹ ਨਹੀਂ ਫੜਦਾ ਪਿਆ, ਕੋਈ ਉਹਨਾਂ ਨੂੰ ਢਾਸ ਨਹੀਂ ਦੇ ਰਿਹਾ, ਕੋਈ ਧਰਵਾਸਾ ਨਹੀਂ ਦੇ ਰਿਹਾ ਵੀ ਫਿਕਰ ਨਾ ਕਰੋ, ਆਪਾਂ ਕੰਮ ਇਕੱਠੇ ਹੋਈਏ, ਕਾਮਯਾਬ ਹੋਈਏ ਤੇ ਆਪਾਂ ਉਹਦਾ ਮੁਕਾਬਲਾ ਕਰੀਏ। ਕੋਈ ਨਹੀਂ ਕਹਿ ਰਿਹਾ। ਆਖਿਰਕਾਰ ਕਹਿੰਦੇ ਨੇ ਕਿਰਪਾ ਰਾਮ ਨੇ ਕਿਹਾ ਕਿ ਜਿਹੜੀ ਆਪਣੀ ਹਾਲਤ ਬਣ ਗਈ ਹੈ, ਇਸ ਵੇਲੇ ਜੇ ਆਪਣੀ ਕੋਈ ਬਾਂਹ ਫੜ ਸਕਦਾ ਹੈ ਉਹ ਗੁਰੂ ਨਾਨਕ ਦੀ ਜੋਤ ਹੈ। ਕਿਉਂਕਿ ਮੈਂ ਤਾਂ ਕਿਹਾ ਗੁਰੂ ਘਰੋਂ ਨਵਾਜੇ ਹੋਏ ਨੇ। ਉਹਨੇ ਕਿਹਾ ਗੁਰੂ ਨਾਨਕ ਦੇ ਘਰ ਚਲੇ ਜਾਈਏ, ਜੇ ਸਾਡੀ ਉਹਨਾਂ ਨੇ ਬਾਂਹ ਫੜ ਲਈ ਆਪਣਾ ਪਾਰ ਉਤਾਰਾ ਹੋ ਜਾਏਗਾ, ਬਚ ਜਾਵਾਂਗੇ ਆਪਾਂ। ਇਹ ਚੱਲੇ ਸਾਧ ਸੰਗਤ ਜੀ 18-20 ਦੇ ਕਰੀਬ, ਕੋਈ ਕਹਿੰਦਾ ਇਹ ਵਫਦ ਚੱਲਿਆ ਕਸ਼ਮੀਰ ਤੋਂ ਕਿਰਪਾ ਰਾਮ ਦੀ ਅਗਵਾਈ 'ਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਜਾਂਦੇ ਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਸਤਿਗੁਰੂ ਸੰਗਤਾਂ ਨੂੰ ਉਤਾਰ ਰਹੇ ਨੇ। ਇਹ ਵਫਦ ਆਇਆ, ਬੈਠੇ ਮਹਾਰਾਜ ਦੇ ਕੋਲ, ਸਾਰੀ ਵਾਰਤਾ ਸੁਣਾ ਰਹੇ। ਜਿਵੇਂ ਜਿਵੇਂ ਵਾਰਤਾ ਸੁਣਾਉਂਦੇ ਆ ਤਿਵੇਂ ਤਿਵੇਂ ਰੋ ਰਹੇ ਨੇ ਸਾਰੇ। ਰੋਂਦੇ ਇਸ ਕਰਕੇ ਸੀ ਕਿ ਮਹਾਰਾਜ ਸਾਡੀ ਕਿਸੇ ਨੇ ਬਾਂਹ ਨਹੀਂ ਫੜੀ, ਤੁਹਾਡੇ ਦਰ ਦੇ ਉੱਤੇ ਆਏ ਆ, ਸਾਡੀ ਬਾਂਹ ਫੜ ਲਓ। ਤੇ ਬਾਣੀ ਦਾ ਇੱਕ ਵਚਨ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਸੰਦਾ ਦਾ ਅਰਥ ਹੈ ਦਾ, ਉਹਦਾ ਬਿਰਧ ਹੈ ਪਰਮਾਤਮਾ ਦਾ, ਕਿ ਜਿਹੜਾ ਉਹਦੀ ਸ਼ਰਨ 'ਚ ਆ ਗਿਆ। ਮਹਾਰਾਜ ਕਹਿੰਦੇ ਉਹਦੀ ਬਾਂਹ ਫੜ, ਗੁਰੂ ਫਿਰ ਫੜ ਲੈਂਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਪੁੱਛਿਆ, ਸਾਰੀ ਕਹਾਣੀ ਪੁੱਛੀ। ਇਹਨਾਂ ਦੱਸਿਆ ਕਿ ਮਹਾਰਾਜ ਤਿਲਕ ਰਹਿ ਰਹੇ ਨੇ, ਜੰਝੂ ਲੈ ਰਹੇ ਨੇ, ਮੰਦਰ ਢਹਿ ਰਹੇ ਨੇ, ਧਰਮ ਗ੍ਰੰਥਾਂ ਦੀ ਬੇਪਤੀ ਹੋ ਰਹੀ ਹੈ। ਮਹਾਰਾਜ ਇਸ ਵੇਲੇ ਸਾਡੀ ਕੋਈ ਬਾਂਹ ਨਹੀਂ ਫੜਦਾ, ਤੁਸੀਂ ਬਾਂਹ ਫੜੋ ਸਾਡੀ। ਇੱਥੇ ਹੁਣ ਥੋੜਾ ਜਿਹਾ ਸਮਝੋ ਜੇ ਗੱਲ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਅੰਦਰੋਂ ਸਮਰਪਿਤ ਹੋ ਕੇ ਇਹਨਾਂ ਨੇ ਕਹਿ ਦਿੱਤਾ ਕਿ ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ। ਇਹਨੂੰ ਸਮਝੋ ਜੇ ਬੇਨਤੀ ਨੂੰ। ਮਹਾਰਾਜ ਅਸੀਂ ਤੁਹਾਨੂੰ ਆਪਣਾ ਗੁਰੂ ਮੰਨ ਲਿਆ ਹੈ, ਔਰ ਅੰਦਰੋਂ ਮੰਨਿਆ, ਬਾਹਰੀ ਤੌਰ ਤੇ ਕੇਵਲ ਫਾਰਮੈਲਿਟੀ ਨਹੀਂ ਕੀਤੀ ਅਸੀਂ ਵੀ ਆਪਣਾ ਕੰਮ ਕਢਾਉਣ ਵਾਸਤੇ ਨਹੀਂ ਗੁਰੂ ਕਹਿ ਰਹੇ ਤੁਹਾਨੂੰ। ਮਹਾਰਾਜ ਦਿਲੋਂ ਕਹਿ ਰਹੇ ਆ ਕਿ ਤੁਹਾਨੂੰ ਸਮਰਪਿਤ ਹੋ ਗਿਆ। ਮਹਾਰਾਜ ਤੁਸੀਂ ਅੱਜ ਤੋਂ ਸਾਡੇ ਗੁਰੂ। ਉਹ ਮੈਂ ਕਹਿੰਦਾ ਸਿੱਖਾਂ ਤੋਂ ਇੰਨੀ ਸਿੱਖਿਆ ਲੈ ਲੈ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਇੱਕ ਵਾਰ ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਹੀ ਰੂਪ ਨੇ ਗੁਰੂ ਗ੍ਰੰਥ ਸਾਹਿਬ, ਇੱਕ ਵਾਰ ਆ ਕੇ ਮਨੋਂ ਕਹਿ ਦੇ ਆਪਣੇ ਕਿ ਮਹਾਰਾਜ ਮੈਂ ਤੁਹਾਡਾ ਸਿੱਖ ਹਾਂ, ਮੇਰੀ ਬਾਂਹ ਫੜ ਲਓ। ਜੋ ਸਵਾਲ ਨਹੀਂ ਪੈਦਾ ਹੁੰਦਾ ਫਿਰ ਸਿੱਖ ਇਧਰ ਉਧਰ ਭਟਕ ਜਾਏ। ਜਦੋਂ ਗੁਰੂ ਨੇ ਬਾਂਹ ਫੜ ਲਈ, ਫਿਰ ਗੁਰੂ ਤੇ ਉਹ ਹੈ ਜਿਹੜਾ ਇੱਥੇ ਤੇ ਕੀ ਲੋਕ ਪਰਲੋਕ ਵਿੱਚ ਹੀ ਬਾਂਹ ਸਾਡੀ ਬਾਂਹ ਨਹੀਂ ਛੱਡਦਾ। ਇੱਥੇ ਤਾਂ ਗੁਰੂ ਨੇ ਬਾਂਹ ਫੜਨੀ। ਮਹਾਰਾਜ ਕਹਿੰਦੇ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਤੇਰੀ, ਤਾਂ ਗੁਰੂ ਉੱਤੇ ਵੀ ਬਾਂਹ ਫੜ ਲੇਗਾ। ਅਸੀਂ ਭਟਕੇ ਪਏ ਆ, ਅਸੀਂ ਦਰ ਦੀਆਂ ਠੋਕਰਾਂ ਖਾਂਦੇ ਤਾਂ ਹੀ ਫਿਰਦੇ ਆ। ਜ਼ਰੂਰ ਆ ਕੇ ਅਸੀਂ ਮੱਥਾ ਤੇ ਟੇਕ ਦਿੰਦੇ, ਪਰ ਅੰਦਰੋਂ ਸਮਰਪਿਤ ਹੋ ਕੇ ਨਹੀਂ ਕਹਿੰਦੇ ਕਿ ਮਹਾਰਾਜ ਸੱਚਮੁੱਚ ਤੁਹਾਡੇ ਹੀ ਆ, ਜਿੱਦਾਂ ਦੇ ਵੀ ਹਾਂ ਹੈ ਤੁਹਾਡੇ ਹੀ, ਅਸੀਂ ਕਿਤੇ ਨਹੀਂ ਜਾਣਾ। ਮਹਾਰਾਜ ਤੁਹਾਡੇ ਤੋਂ ਬਿਨਾਂ ਤੁਹਾਡਾ ਦਰ, ਤੁਹਾਡਾ ਪੱਲਾ ਫੜ ਲਿਆ। ਸਿੱਖ ਕਿਤੇ ਆ ਕੇ ਢਹਿ ਕੇ ਗੁਰੂ ਨੂੰ ਕਹਿ ਦੇਵੇ ਨਹੀਂ ਗੱਲ। ਮੈਂ ਕਹਿ ਰਿਹਾ ਕਿ ਉਹਨਾਂ ਨੇ ਕਿਹਾ ਮਹਾਰਾਜ ਅੱਜ ਤੋਂ ਬਾਅਦ ਤੁਸੀਂ ਸਾਡੇ ਗੁਰੂ, ਅਸੀਂ ਤੁਹਾਡੇ ਸਿੱਖ ਹਾਂ। ਮਹਾਰਾਜ ਸਮਰਪਿਤ ਹੋ ਗਏ। ਅੱਗੋਂ ਗੁਰੂ ਦਾ ਕਮਾਲ ਦੇਖੋ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਕਿ ਪਹਿਲਾਂ ਮੈਨੂੰ ਗੁਰੂ ਮੰਨੋ ਤੇ ਮੈਂ ਤਾਂ ਤੁਹਾਡਾ ਕੰਮ ਸਵਾਰਨਾ। ਆ ਵੀ ਗੱਲ ਸਮਝੋ ਨਾਲ ਹੀ। ਮਹਾਰਾਜ ਇਹ ਨਹੀਂ ਕਿਹਾ ਵੀ ਪਹਿਲਾਂ ਮੈਨੂੰ ਗੁਰੂ ਮੰਨੋ ਤਾਂ ਮੈਨੂੰ ਆਪਣੀ ਗੱਲ ਦੱਸਿਓ। ਮਹਾਰਾਜ ਨੇ ਉਹਨਾਂ ਦੀ ਗੱਲ ਸਾਰੀ ਸੁਣ ਲਈ। ਮਹਾਰਾਜ ਕਹਿੰਦੇ ਤੁਸੀਂ ਸਵੀਕਾਰ ਕਰ ਰਹੇ ਹੋ, ਮੈਂ ਤੁਹਾਨੂੰ ਜ਼ਬਰਦਸਤੀ ਧੱਕੇ ਨਾਲ ਹੀ ਕਹਿੰਦਾ ਕਿ ਤੁਸੀਂ ਜ਼ਰੂਰ ਸਿੱਖ ਹੀ ਬਣ ਜਾਓ। ਮਹਾਰਾਜ ਨੇ ਫਿਰ ਵੀ ਨਹੀਂ ਇਹ ਗੱਲ ਕਹੀ। ਪਰ ਜਦੋਂ ਮਹਾਰਾਜ ਦੇ ਸਾਹਮਣੇ ਸਮਰਪਿਤ ਹੁੰਦੇ ਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਜਾਓ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ। ਆਹ ਹੈ ਸਮਰੱਥ ਗੁਰੂ ਦੀ ਸਮਰੱਥਾ। ਉਹਨੇ ਕਿਹਾ ਜਾਓ ਜਾ ਕੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਤਾ ਨਹੀਂ ਸੀ ਔਰੰਗਜ਼ੇਬ ਕੌਣ, ਜਿਹੜਾ ਪਿਓ ਨੂੰ ਮਾਰਦਾ, ਭਰਾਵਾਂ ਨੂੰ ਮਾਰਦਾ, ਧੀ ਨੂੰ ਮਾਰਦਾ, ਜਿਹੜਾ ਇੰਨੇ ਜ਼ੁਲਮ ਕਰਦਾ, ਅਤਿਆਚਾਰ ਕਰਦਾ। ਕੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਔਰੰਗਜ਼ੇਬ ਤੋਂ ਜਾਣੂ ਨਹੀਂ?
महाराज जानते ने सारा कुछ। की गुरु तेग बहादुर महाराज नूं पता नहीं खमियाजा की भुगतना पैना इस गल का? पता महाराज नूं सारा कुछ। पर जे ये गुरु महाराज ने आखिर दिन किने मनाने से, आ वडियाइयां किने करनियां सी गुरु दियां, ये इस करके ही हो रही ने कि गुरु तेग बहादुर महाराज ने कहा जाओ जाके कह दिओ औरंगजेब नूं, ਉਹਨੂੰ ਕਹੋ ਵੀ ਸਾਡਾ ਆਗੂ ਹੈ ਤੇਗ ਬਹਾਦਰ। ਚਲੋ ਅਸੀਂ ਸਤਿਕਾਰ ਵਜੋਂ ਸ਼ਬਦ ਵਰਤ ਰਹੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ। ਜਦੋਂ ਸਤਿਗੁਰੂ ਆਪਣੇ ਵੱਲੋਂ ਕਹਿ ਰਹੇ ਨੇ ਤੇ ਇਹੀ ਸ਼ਬਦ ਵਰਤਦੇ ਨੇ ਨਾ ਕਿ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਸਾਡਾ ਆਗੂ ਹੈ ਤੇਗ ਬਹਾਦਰ। ਜੇ ਉਹ ਤੇਗ ਬਹਾਦਰ ਨੂੰ ਤਬਦੀਲ ਕਰ ਲਿਆ ਤਾਂ ਅਸੀਂ ਸਾਰੇ ਦੇ ਸਾਰੇ ਤਬਦੀਲ ਹੋ ਜਾਾਂਗੇ। ਵਾਹ ਵਾਹ, ਇੰਨੀ ਯੁਰਤ, ਇੰਨੀ ਸਮਰੱਥਾ, ਇੰਨਾ ਬਲ ਤੇ ਇੰਨਾ ਆਪਣੇ ਆਪ ਤੇ ਮਾਣ। ਮਾਰੇ ਕਹਿੰਦੇ ਜਾਓ ਜਾ ਕੇ ਕਹਿ ਦਿਓ ਉਹਨੂੰ ਕਿ ਜੋ ਮੈਨੂੰ ਬਦਲ ਲਵੇ, ਉਹਨੂੰ ਕੋ ਬਾਕੀ ਸਾਰੇ ਬਦਲ ਜਾਣਗੇ, ਤੈਨੂੰ ਦੂਜਿਆਂ ਤੇ ਜ਼ੁਲਮ ਕਰਨ ਦੀ ਲੋੜ ਹੀ ਨਹੀਂ ਪੈਣੀ। ਗੁਰੂ ਤੇਗ ਅਸੀਂ ਮਹਾਰਾਜ ਜਦੋਂ ਕਈ ਵਾਰ ਕਹਿੰਦੇ ਨੇ ਨਾ, ਅਸੀਂ ਮਹਾਰਾਜ ਨੂੰ ਕੁਝ ਹੋਰ ਹੀ ਰੂਪ ਚ ਬਿਆਨ ਕਰਦੇ ਸਭ ਜਾਣਿਓ ਜੀ। ਅਸੀਂ ਉਹਨਾਂ ਨੂੰ ਬਰਾਗੀ ਜਿਹਾ ਕਹਿ ਕੇ ਮਹਾਰਾਜ ਦੀ ਆਪਾਂ ਕਈ ਵਾਰ ਬਾਣੀ ਵੀ ਕਹਿ ਦਿੰਦੇ ਮਹਾਰਾਜ ਦੀ ਬੜੀ ਵਿਰਾਗਮਈ ਬਾਣੀ ਹੈ। ਗੁਰਮੁਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ 3 ਗੁਣ ਕਦੀ ਭੁੱਲਿਓ ਨਾ, ਬੈਰਾਗ, ਤਿਆਗ ਤੇ ਅਨੁਰਾਗ। ਇਹ 3 ਬਚਨ ਯਾਦ ਰੱਖਣੇ ਚਾਹੀਦੇ ਆ। गुरु तेग बहादुर महाराज जी का प्यार भी तुसी देखोगे इन्ना है, शरका मारदा जदों कहंदे ने गुण गोबिंद गायो नहीं जन्म अकाल तकीर, कहो नानक सुन पज हर मना जे बिद जल को मीने प्यार है। जदों महाराज कहंदे ने कि प्राणी प्रीतम जान लियो मन माही अपने सुख से ही जग बांधियो को काहू को नाही, सुख में आन बहुत मिल बैठत रहत चौ दिस घेरै, बिपत परी सभी संग छाड़त को न आवत नेरे घर की नार, बहुत हित जासो सदा रहत संग लागी तभी यश तजिए काया प्रेत प्रेत कर भागी, ए बिद को व्यवहार बने हुए जासो ने लगायो अंत बार नानक बिन हर जी को कामना। ए विराग कह रहे ने गुरु तेग बहादुर महाराज। पर इहनूं कह के परिवार नहीं छड्डिया। जदों सतगुरु गुरु तेग बहादुर सच्चे पातशाह महाराज जी त्याग दी मूरत कढे ने, सब तो पहला शब्द ही गुरु तेग बहादुर जी का त्यागन दा है। पहला शब्द ही गौड़ी राग का भाई साहब जिक्र करके गए सेक्रेटरी साहब कि साधो मन का मान त्यागो। आई सब तो औखी गल है जी बंदा नहीं त्यागदा, बाकी सारा कुछ बंदा छड़ जाएगा। हौमे हंकार नहीं छड़ सकता, ये बहुत औखा। महाराज कहते इनू छड़ दिओ। ते अखीरले श्लोक दी अखीरली तुक पढ़ के देखो गुरु तेग बहादुर महाराज की बाणी जो देखोगे ना गुरमुखो, क्या मोती परोए ने महाराज ने। जो सारी बाणी मैं कह रहा गुरु तेग बहादुर साहब के वचन पहले च कहंदे ने साधो मन का मान त्यागो, त्याग दिओ। अखीरली तुक की है गुरु तेग बहादुर साहब के शब्दां दी, राम नाम उर मैं गयो जाके सम नहीं कोई। उथे महाराज कहंदे कुट के पकड़ लो, इत्थे कहंदे त्याग दिओ, मान त्याग दिओ ते नाम टका लो इहदे च। राम नाम उर मैं गयो, गयो मैंने दा पकड़ना। खैर चलो बाणी दे महाराज दे प्रमाण आगे सामने मैं तां जिक्र करता। गुरु तेग बहादुर महाराज जी बड़ी युरत वाले ने महाराज। गुरु तेग बहादुर साहब कहते जाओ जाके कह दिओ उन्हां नूं। उत्थे फिर विद्वान एक कहंदा महाराज ने कहा कि सतगुरां कहा कि तुसीं पुत्तियो जाओ घरी। धन गुरु तेग बहादुर सच्चे पातशाह महाराज जी ने कहा सीस दे के धर्म बचाऊंगा मैं। महाराज कहा जाओ मैं अपना सिर दे के धर्म बचा लांगा। ये आए ने वापस, इन्होंने आके शेर अफगान नूं दस्सिया है साडा आगू तेग बहादुर है गुरु तेग बहादुर महाराज जी, जे उन्हां नूं तब्दील कर लो तो असीं अपने आप ही हो जाएंगे। ये गल औरंगजेब कोले पहुंचती है। सतगुरु गुरु तेग बहादुर महाराज जी के ग्रंथ जारी होंदे मैं संखेप च कहन लग्या। महाराज आनंदपुर साहिब की धरती तो 5 सिखां नूं नाल लैके चलदे हैं। उहदे विच ने भाई फतीदास, भाई सतीदास, भाई दयाला जी, भाई उदय जी, भाई गुरदत्ता जी का जिक्र भी होता ते भाई जैता जी का भी। ਇਹਦੇ ਚ 6 ਬਣਦੇ ਆ, ਪਰ ਕਿਸੇ ਨੇ ਉਹਦੇ ਜਾਂ ਗੁਰਦਿੱਤੇ ਦਾ ਜ਼ਿਕਰ ਕੀਤਾ ਤਾਂ ਇਸ ਤਰ੍ਹਾਂ ਕਹ ਲਓ ਕਿ ਮਹਾਰਾਜ ਦੇ ਨਾਲ 5 ਸਿੱਖ ਜਿਹੜੇ ਇਹ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਦੇ ਆ। ਮਹਾਰਾਜ ਮੰਜ਼ਲਾ ਨੂੰ ਮਾਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਨੂੰ ਆ ਰਹੇ ਆ। ਦੁਨੀਆ ਦੇ ਵਿੱਚ ਇਹ ਤੁਹਾਨੂੰ ਕੋਈ ਮਿਸਾਲ ਨਹੀਂ ਮਿਲ ਸਕਦੀ ਕਿ ਜਿੰਨੇ ਸ਼ਹੀਦ ਹੋਣਾ ਹੈ ਜਾਂ ਇਉਂ ਮੈਂ ਸ਼ਬਦ ਵਰਤ ਲਵਾਂ ਜਿੰਨੇ ਕਤਲ ਹੋਣਾ ਹੈ ਉਹ ਕਤਲ ਕਰਨ ਵਾਲੇ ਦੇ ਕੋਲੇ ਆਪ ਜਾ ਕੇ ਪਹੁੰਚੇ ਕਿ ਮੈਨੂੰ ਕਤਲ ਕਰ। ਇਹ ਦੁਨੀਆ ਵਿੱਚ ਪਹਿਲੀ ਮਿਸਾਲ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ। ਅੱਜ ਤੱਕ ਨਹੀਂ ਮਿਸਾਲ ਕੋਈ ਹੈਗੀ। ਕਤਲ ਕਰਨ ਵਾਲਾ ਕਤਲ ਕਰਨ ਵਾਲੇ ਦੇ ਕੋਲ ਤਾਂ ਪਹੁੰਚਦਾ ਹੈ, ਪਰ ਜਿੰਨੇ ਕਤਲ ਹੋਣਾ ਹੈ ਸ਼ਹੀਦ ਹੋਣਾ ਸ਼ਬਦ ਵਰਤਾਂ ਉਹ ਖੁਦ ਜਾ ਕੇ ਕਵੇ ਕਿ ਮੈਂ ਸ਼ਹੀਦ ਹੋਣਾ। ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹਨ। ਮਹਾਰਾਜ ਮੰਜ਼ਿਲਾਂ ਨੂੰ ਮਾਰਦੇ ਪਹੁੰਚਦੇ ਹੈ, ਕਾਫਲਾ ਬੜਾ ਵੱਡਾ ਬਣਦਾ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਆਗਰੇ ਨੇੜੇ ਜਦੋਂ ਪਹੁੰਚਦੇ ਹੈ ਇਹ ਵੱਖ-ਵੱਖ ਵਿਦਵਾਨਾਂ ਦੀਆਂ ਰਹਿਆਂ ਨੇ ਕਿ ਕਿੱਥੋਂ ਮਹਾਰਾਜ ਨੂੰ ਪਕੜਿਆ ਗਿਆ। ਜੋ ਪ੍ਰਚਲਿਤ ਗੱਲ ਹੈ ਮਹਾਰਾਜ ਉੱਥੇ ਜਾਂਦੇ ਆ, ਕਾਫਲਾ ਏਡਾ ਵੱਡਾ ਬਣ ਗਿਆ ਕਿ ਔਰੰਗਜ਼ੇਬ ਜਿਹੜਾ ਸੀ ਉਹ ਦਿੱਲੀ ਨਹੀਂ ਸਾਧ ਸਕਦੇ ਸੀ ਉਹਨਾਂ ਦਿਨਾਂ 'ਚ। ਜਦੋਂ ਮਹਾਰਾਜ ਨੂੰ ਸ਼ਹੀਦ ਕੀਤਾ ਇਹ ਆਪ ਦਿੱਲੀ ਨਹੀਂ,
ਉਹ ਹੁਕਮ ਕਰ ਗਿਆ। ਸਾਧ ਸੰਗਤ ਜੀ ਉੱਥੇ ਜਦੋਂ ਰਿਪੋਰਟਾਂ ਪਹੁੰਚੀਆਂ ਵੀ ਕਾਫਲਾ ਬੜਾ ਵੱਡਾ ਹੈ, ਉਹਨਾਂ ਕਿਹਾ ਕਿਤੇ ਬਗਾਵਤ ਨਾ ਹੋ ਜਾਏ, ਉੱਥੋਂ ਹੀ ਗ੍ਰਿਫਤਾਰ ਕਰ ਲਓ। ਆਗਰੇ ਦੀ ਪੁਲਿਸ ਨੇ ਸਤਿਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰ ਲਿਆ। ਦਿੱਲੀ ਲੈ ਕੇ ਪਹੁੰਚਦੇ ਨੇ, ਜਿਹੜਾ ਚਾਂਦਨੀ ਚੌਕ ਹੈ ਉਹਦੇ ਲਾਗੇ ਕੋਤਵਾਲੀ ਚਾਂਦਨੀ ਚੌਕ ਜਿਹੜਾ ਅਸਥਾਨ ਹੈ, ਤੁਸੀਂ ਦੇਖਿਆ ਹੋਵੇਗਾ ਅੱਜ ਕੱਲ੍ਹ ਲਾਈਵ ਚੱਲਦਾ, ਸਭ ਨੂੰ ਪਤਾ, ਗੁਰਦੁਆਰੇ ਸਾਨੂੰ ਪਤਾ ਲੱਗਦਾ, ਜੇ ਨਹੀਂ ਵੀ ਦੇਖਿਓ ਦੇਖ ਲੈਂਦੇ ਆ, ATV ਤੇ ਵੀ ਦੇਖ ਲੈਂਦੇ ਲੋਕ। ਉੱਥੇ ਮਹਾਰਾਜ ਨੂੰ ਲਿਜਾਇਆ ਗਿਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ। 3 ਸਿੱਖ ਦੇ ਨਾਲ, 2 ਜਿਹੜੇ ਸੀ ਉਹਨਾਂ ਉਹ ਨਾਲ ਨਹੀਂ ਮਹਾਰਾਜ ਗਏ, ਜ਼ਰੂਰ ਨਾਲ ਸੀ, ਪਰ ਗ੍ਰਿਫਤਾਰੀ ਵੇਲੇ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਹਨ। ਸਾਧ ਸੰਗਤ ਜੀ, ਇਹ ਜਿਹੜਾ ਸਾਕਾ ਹੈ 11 ਨਵੰਬਰ ਸਨ 1675 ਦਾ ਹੈ। ਮੈਂ ਜ਼ਿਕਰ ਕਰ ਲੱਗਾ ਕਿ 9, 10 ਤੇ 11 ਦਾ, ਕਿਉਂਕਿ ਜਿਹੜਾ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਗੁਰੂ ਤੇਗ ਬਹਾਦਰ ਸਭ ਤੋਂ ਪਹਿਲਾਂ ਕੀਤਾ, ਉਹਨਾਂ ਦੇ ਸਾਹਮਣੇ ਕੀਤਾ। ਸਾਧ ਸੰਗਤ ਜੀ, ਬੜੀ ਲੰਮੀ ਚੌੜੀ ਵਾਰਤਾਲਾਪ ਜੋ ਵਿਦਵਾਨ ਕਹਿੰਦੇ ਹੋਈ, ਪਰ ਸਾਨੂੰ ਕੋਈ ਲਿਖਤੀ ਰੂਪ ਵਿੱਚ ਤਾਂ ਨਹੀਂ ਮਿਲਦੀ ਵੀ ਕੀ ਵਾਰਤਾਲਾਪ ਹੋਈ ਹੋਵੇ, ਕੀ ਮਹਾਰਾਜ ਤੇ ਸਵਾਲ ਕੀਤੇ ਹੋਣਗੇ, ਕੋਈ ਸਾਨੂੰ ਲਿਖਤੀ ਰੂਪ ਤਾਂ ਨਹੀਂ ਮਿਲਦਾ। ਪਰ ਚਲੋ 2-3 ਗੱਲਾਂ ਤੇ ਹਰ ਵਿਦਵਾਨ ਕਹਿੰਦਾ ਨਾ ਕਿ ਮਹਾਰਾਜ ਨੂੰ ਕਿਹਾ ਸੀ, ਮਹਾਰਾਜ ਤੁਸੀਂ ਤਿਲਕ ਨਹੀਂ ਲਾਉਂਦੇ, ਤੁਸੀਂ ਜੰਝੂ ਨਹੀਂ ਪਾਉਂਦੇ, ਤੁਸੀਂ ਧੋਤੀ ਆਦਿ ਨਹੀਂ ਰੱਖਦੇ, ਤੁਸੀਂ ਗਾਇਤਰੀਆਂ ਦੇ ਪਾਠ ਨਹੀਂ ਕਰਦੇ। ਜਦੋਂ ਇਹ ਕੁਝ ਤੁਸੀਂ ਕਰਦੇ ਹੀ ਨਹੀਂ ਤੇ ਇਹ ਕੁਝ ਰਕਾਉਣ ਵਾਸਤੇ ਤੁਸੀਂ ਕਿਉਂ ਆਏ ਹੋ? ਪਹਿਲਾ ਸਵਾਲ ਮਹਾਰਾਜ ਤੇ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਇਸ ਦੁਨੀਆ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਸਭ ਨੂੰ ਪੈਦਾ ਕਰਕੇ ਭੇਜਿਆ ਹੈ। ਇਹ ਸਾਰੇ ਹਰ ਜਨ ਹਰ ਅੰਤਰ ਨਹੀਂ, ਅੱਜ ਕੁਦਰਤੀ ਚਲੋ ਸ਼ਬਦ ਹੀ ਉਹ ਆ ਗਿਆ ਮਹਾਰਾਜ ਦੀ, ਅੱਜ ਸ਼ਹਾਦਤ ਦੇ ਨਾਲ ਇਹ ਸ਼ਬਦ ਹੀ ਕੁਦਰਤੀ ਆ ਗਿਆ ਨਾ। ਮਹਾਰਾਜ ਕਹਿੰਦੇ ਨੇ ਸਾਰੇ ਰੱਬ ਦਾ ਰੂਪ ਨੇ, ਸਭ ਦੇ ਅੰਦਰ ਪਰਮਾਤਮਾ ਹੈ। ਇੱਥੇ ਜਿਉਣ ਦਾ ਹਰ ਇੱਕ ਨੂੰ ਆਪਣਾ ਆਪਣਾ ਢੰਗ ਹੈ, ਆਪਣੇ ਸੁਤੰਤਰ ਹੈ ਬੰਦਾ, ਜਿਸ ਤਰ੍ਹਾਂ ਮਰਜ਼ੀ ਜੀ ਸਕਦਾ ਹੈ। ਕਿਸੇ ਬੰਦੇ ਨੂੰ ਜ਼ਬਰਦਸਤੀ ਦੂਸਰੇ ਦੇ ਧਰਮ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦਾ। ਮਹਾਰਾਜ ਕਹਿੰਦੇ ਜੇ ਉਹਨਾਂ ਦਾ ਮਨ ਹੀ ਨਹੀਂ, ਧੱਕੇ ਨਾਲ ਤਲਵਾਰ ਨਾਲ ਤੁਸੀਂ ਬਣਾ ਵੀ ਲਓਗੇ ਮੁਸਲਮਾਨ, ਤੇ ਕੀ ਤੁਹਾਨੂੰ ਲਾਭ ਹੋਏਗਾ? ਮਿਲੇਗਾ ਤੁਹਾਨੂੰ ਕੁਝ? ਮਹਾਰਾਜ ਕਹਿੰਦੇ ਜਦੋਂ ਮਨ ਹੀ ਨਹੀਂ ਉਹਨਾਂ ਦਾ, ਜਿੱਥੇ ਮਨ ਉੱਥੇ ਰਹਿਣ ਦਿਓ, ਤੁਹਾਡਾ ਵੀ ਭਲਾ ਤੇ ਉਹਨਾਂ ਦਾ ਵੀ ਭਲਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਨੂੰ ਸਮਝਾਉਂਦੇ ਆ, ਪਰ ਉਹ ਸਮਝਦੇ ਨਹੀਂ। ਮਹਾਰਾਜ ਦੇ ਸਾਹਮਣੇ ਕਰਾਮਾਤਾਂ ਦਾ ਜ਼ਿਕਰ ਵੀ ਕੁਝ ਵਿਦਵਾਨ ਕਹਿੰਦੇ ਕਿ ਵਿਖਾਉਣ ਵਾਸਤੇ ਮਹਾਰਾਜ ਨੇ ਕਿਹਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਰਾਮਾਤਾਂ ਤੇ ਵਿਖਾਵਾਂਗੇ। ਉਹ ਜਦੋਂ ਵਿਖਾਈਆਂ ਫਿਰ ਤੁਸੀਂ ਆਪ ਦੇਖ ਲਓ ਕਿ ਜਿਹਦਾ ਮੈਂ ਜ਼ਿਕਰ ਹੁਣ ਕਰਨਾ ਅੱਗੇ ਚੱਲ ਕੇ। ਮਹਾਰਾਜ ਕਹਿੰਦੇ ਵਿਖਾਵਾਂਗੇ ਕਰਾਮਾਤ। ਉਹ ਕਰਾਮਾਤ ਵੀ ਦੁਨੀਆ ਤੇ ਇਹੋ ਜਿਹੀ ਹੋਵੇਗੀ ਨਾ ਜਿਹੜੀ ਕਿਸੇ ਕਦੇ ਨੇ ਵਿਖਾਈ ਹੈ ਤੇ ਨਾ ਸ਼ਾਇਦ ਵਿਖਾ ਸਕੇ। ਉਹ ਤੁਹਾਨੂੰ ਵਿਖਾਵਾਂਗੇ ਮਹਾਰਾਜ ਦੇ ਸਾਹਮਣੇ। ਇਹਨੂੰ ਹੁਣ ਦੂਜਾ ਨਾ ਸਮਝੋ ਮੇਰੀ ਗੱਲ ਵੀ ਮੈਂ ਕੋਈ ਹੋਰ ਕਰਾਮਾਤਾਂ ਦਾ ਜ਼ਿਕਰ ਕਰਨ ਲੱਗਾ, ਤੁਸੀਂ ਸਮਝੋਗੇ ਵੀ ਕਿਹੜੀ ਕਰਾਮਾਤਾਂ ਮੈਂ ਜ਼ਿਕਰ ਕਰਨਾ। ਮਹਾਰਾਜ ਦੇ ਨਾਲ ਬੜੀ ਲੰਮੀ ਚੌੜੀ ਵਾਰਤਾਲਾਪ ਹੁੰਦੀ। ਆਖਿਰਕਾਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਨਮੁਖ ਫਿਰ ਸਿੱਖਾਂ ਨੂੰ ਸਾਧ ਸੰਗਤ ਜੀ ਇਹ ਜਿਹੜਾ ਇਹ ਕਹਿ ਲਓ ਕਿ 10 ਤਰੀਕ ਦਾ ਵਾਕਿਆ ਹੈ। ਸਤਿਗੁਰਾਂ ਦੀ ਸ਼ਹਾਦਤ 11 ਨੂੰ ਹੁੰਦੀ ਨਵੰਬਰ ਦੀ। ਮਹਾਰਾਜ ਦੇ ਸਾਹਮਣੇ ਸਿੱਖਾਂ ਨੂੰ ਲਿਆਂਦਾ ਜਾਂਦਾ। ਡਰਾਉਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਸ਼ਾਇਦ ਡਰ ਜਾਣਗੇ। ਭਾਈ ਮਤੀ ਦਾਸ ਨੂੰ ਲਿਆਂਦਾ ਜਾਂਦਾ ਹੈ। ਆਰੇ ਦੇ ਵਿੱਚ ਸਾਧ ਸੰਗਤ ਜੀ ਫੱਟਿਆਂ ਵਿੱਚ ਬੰਨ੍ਹ ਦਿੱਤਾ ਜਾਂਦਾ। ਆਪ ਜੀ ਨੂੰ ਪਤਾ ਹੈਗਾ ਜਦੋਂ ਕੋਈ ਪੁਰਾਣੇ ਸਮੇਂ 'ਚ ਲੱਕੜ ਚੀਰਦੇ ਸੀ ਤੇ ਫੱਟਿਆਂ ਵਿੱਚ ਬੰਨ੍ਹ ਦਿੱਤੀ ਜਾਂਦੀ ਸੀ। ਫੱਟਿਆਂ ਦੇ ਵਿੱਚ ਬੰਨ੍ਹ ਦਿੱਤਾ ਗਿਆ ਸਰੀਰ ਨੂੰ ਭਾਈ ਮਤੀ ਦਾਸ ਜੀ ਦੇ ਨੂੰ। ਫੱਟਿਆਂ ਦੇ ਵਿੱਚ ਬੰਨ੍ਹ ਕੇ ਤੇ ਸਾਧ ਸੰਗਤ ਜੀ ਉੱਪਰ ਆਰਾ ਰੱਖਿਆ ਹੋਇਆ ਜਲਾਦ ਨੇ। ਇਹ ਅੱਜ ਸਾਰੇ ਫਤਵੇ ਲਾ ਰਿਹਾ, ਮੈਂ ਸੰਖੇਪ ਜ਼ਿਕਰ ਕਰ ਲੱਗਾ, ਸਮਾਂ ਨਹੀਂ ਮੈਂ ਜ਼ਿਆਦਾ ਵਿਸਤਾਰ ਕਰ ਸਕਾਂ। ਉਹਨੇ ਫਤਵੇ ਜਿਹੜੇ ਦਿੱਤੇ ਆ, ਆਰਾ ਰੱਖਿਆ ਹੋਇਆ ਸਿਰ ਦੇ ਉੱਤੇ ਤੇ ਸਾਧ ਸੰਗਤ ਜੀ ਸਿਰ ਦੇ ਉੱਤੇ ਆਰਾ ਰੱਖਿਆ। ਤੁਸੀਂ ਇਉਂ ਸਮਝ ਲਓ ਕਿ ਭਾਈ ਮਤੀ ਦਾਸ ਦਾ ਮੁੱਖ ਉਧਰਲੇ ਬੰਨੇ ਹੈ, ਜਿੱਧਰਲੇ ਬੰਨੇ ਗੁਰੂ ਤੇਗ ਬਹਾਦਰ ਸਾਹਿਬ ਹੈ, ਤੇ ਜਿਹੜੇ ਬੰਨੇ ਜਲਾਦ ਇੱਕੋ ਪਿੱਠ ਵਾਲੇ ਬੰਨੇ, ਇੱਕ ਉਹਨਾਂ ਦੇ ਸਾਹਮਣੇ ਵਾਲੇ ਬੰਨੇ ਹੈ। 2 ਜਲਾਦ ਨੇ ਜਿਨ੍ਹਾਂ ਨੇ ਆਰਾ ਇੱਕ ਬੰਨੇ ਨੇ, ਇੱਕ ਨੇ ਇੱਕ ਬੰਨੇ ਨੂੰ ਕਰਨਾ, ਦੂਜੇ ਨੇ ਦੂਜੇ ਬੰਨੇ ਨੂੰ ਕਰਨਾ। ਜਦੋਂ ਇੱਥੋਂ ਰੱਖ ਕੇ ਸ਼ੁਰੂ ਕੀਤਾ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਨਮੁਖ ਭਾਈ ਮਤੀ ਦਾਸ ਜੀ ਵੇਖ ਰਹੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਵੇਖ ਰਹੇ ਨੇ। ਇੱਕੋ ਹੀ ਅਰਦਾਸ ਕਰਦੇ ਨੇ ਕਿ ਮਹਾਰਾਜ ਤੁਸੀਂ ਕਿਰਪਾ ਕਰਨੀ ਹੈ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਮੈਂ ਨਿਮਾਣਾ ਜਿਹਾ ਸਿੱਖਾਂ, ਤੁਹਾਡਾ ਏਡਾ ਵੱਡਾ ਪਰਚਾ ਪਿਆ ਹੈ, ਮਹਾਰਾਜ ਦੇ ਵਿੱਚੋਂ ਪਾਸ ਹੁਣ ਤੁਸੀਂ ਕਰਿਓ ਜੀ। ਅਰਦਾਸ ਕੀਤੀ ਮਹਾਰਾਜ ਦੇ ਚਰਨਾਂ 'ਚ। ਸਿੱਖ ਨੇ ਬਾਣੀ ਦੇ ਜਾਪ ਕੀਤੇ, ਆਰਾ ਚੱਲਣਾ ਸ਼ੁਰੂ ਹੋ ਗਿਆ, ਸਰੀਰ ਦੇ 2 ਫਾੜ ਹੋ ਗਏ। ਆਹ ਸੀ ਜਿਹੜੀ ਮਹਾਰਾਜ ਕਹਿੰਦੇ ਮੈਂ ਕਰਾਮਾਤ ਵਿਖਾਵਾਂਗਾ ਤੁਹਾਨੂੰ। ਇਹ ਕਰਾਮਾਤ ਤੋਂ ਘੱਟ ਗੱਲ ਹੈ। 2 ਫੱਟਿਆਂ ਵਿੱਚ ਬੰਨ ਕੇ ਸਰੀਰ ਦੇ ਟੁਕੜੇ 2 ਹਿੱਸੇ ਕਰ ਦੇਣੇ ਤੇ ਸਾਧ ਸੰਗਤ ਜੀ ਸਿੱਖੀ ਬਰਕਰਾਰ ਆਪਣੀ ਰੱਖਣੀ, ਵੀ ਝੁਕਣਾ ਨਹੀਂ।
महाराज कहते आ ने मेरे सिख जी करामात विखा रहे हैं। दूसरे बन्ने भाई दयाला जी देग दे विच उबालिया गया साध संगत। मैं केवल सुना रहा, तुसीं सुन रहे हो, पर जिहड़ा उस सुरग दे उत्ते लिया के थोड़ा जिहा भार पा के देखोगा भला साडे ते माड़ा जिहा कोई गर्म पानी पै जाए किस तरह साडी भाती बनदी है। देग दे विच उबाला दे देना ते शरीर सारे दा सारा इउं कह लो कि जिवें किसे असीं देग विच पानी पा के कोई कच्ची सब्जी पाउने आ ते सारी उबाली जाती है। साध संगत जी वो उबाला ऐसा आया, भाई दयाला जी भी शहीद, भाई सती दास नूं रूह विच लपेट के रूह घेरे घेरे रूह ला के अग ला दी गई, जिउंदे जी उन्होंने भी साड़ दिता गया, जिस्म सारा सी। इसका मतलब हो गया कि भाई मती दास, भाई सती दास ते भाई दयाला जी तीन गुरु के सिख शहीद हो जाते हैं गुरु तेग बहादुर महाराज जी के सामने। अगला दिन आता साध संगत जी 11 नवंबर का, ये 10 नवंबर को शहीद हो जाते हैं सिख जिहड़े। अगले दिन सतगुरु गुरु तेग बहादुर महाराज को चौंक में लिया जाता है और विद्वान कहते हैं ढंढोरा पिटिया जाता, ढोल बजाया जाता है। इस पूरी दिल्ली के अंदर भी अज गुरु तेग बहादुर महाराज जी को चौंक चौराहे दे विच कतल किया जाना, लोग आके देख लैन, ऐसी लोगों उत्ते डर पाउणा, लोग सहम जाणगे। लोग आए वेखण वास्ते, ਉਹਦੇ ਵਿੱਚ ਭੇਸ बदल के भाई जैता जी भी ने जो सतगुरु महाराज को शहीद करना, गुरु तेग बहादुर सच्चे पातशाह महाराज जी आए, उन्होंने फिर गल्लां बातां फिर वही चलियां होणगीਆਂ भी तुसीं इस्लाम कबूल कर लो जां करामात विखाउण दी गल जां महाराज नूं कई कुछ किया होगा, मौत ਲਈ ਤਿਆਰ हो जो भी होया महाराज ने अटल फैसला। असल शहीद ਉਹਨੂੰ ਕਹਿੰਦੇ है, शहादत का मतलब ਹੁੰਦਾ गवाही, ये अरबी का शब्द है गवाही। जदों गवाही देने वाला गवाही दे के उस तो पिछे ना हटे ते टुकड़े टुकड़े करवा ले, उन्होंने शहीद कहते हैं। इसकी व्याख्या महाराज ने की है। गुरु अर्जन साहब की असीं शहादत का भी जिक्र करते हैं। गुरु तेग बहादुर सच्चे पातशाह महाराज जी ने बहुत कुछ साध संगत जी उत्थे गलबात चली। आखिरकार हो गया कि महाराज का जिहड़ा शीश है धड़ तो अलग किया जाए, ये फतवा लगे हुए है। सारे जानते जिहड़े दिल्ली गए होणगे, उत्थे एक खूही है, कहते हैं उस खूही तो महाराज ने इशनान किया है, जो इतिहास कहता है। महाराज ने इशनान किया, उत्थे एक दरख्त सी, उत्थे एक थड़ा सी, जिस थड़े ते महाराज की शहादत होती है। कहते हैं कि महाराज ने पाठ किया, जपजी साहिब का पाठ जो विद्वान कहते कि महाराज ने वो सारा संपूर्ण किया है। सतगुरु गुरु तेग बहादुर सच्चे पातशाह महाराज जी के सामने जलाद आता है, समाने का रहने वाला, उन्हें सतगुरु गुरु तेग बहादुर महाराज को डराने का यत्न किया। इत्थे मैं हर साल 4 सतरां कहना हुंदा, किसी साहिब दी बड़ियां सोहणियां ने, वो अंदर वो नक्शे नूं खिंचदा है। वो कहंदा कि जलाद जिहड़ा सी उन्हें जिहड़ी महाराज नूं शहीद करने वाला शस्त्र है, उहदे उत्ते उन्हें कपड़ा पाया है, कदी उहनूं हटाउंदा है, कदी फिर ढक लैंदा है, ते महाराज दे सामने लिशकार लिशकार के लिशकारे पाउंदा है। महाराज नूं संबोधन करके कहंदे, जलादा मैनूं डराउणा की है, तू मैनूं डरा रहा है ना इस तो कि ये जिहड़ी तलवार बार बार मैनूं नंगी कर करके विखाउणा, तू मैनूं डराउंदा पिया। महाराज कहते अपने बादशाह भी कह दे और मेरा सुनिया भी उन्होंने बचा दे। जो गुरु अर्जुन देव महाराज जी की शहादत होती है, उदों औरंगजेब का दादा है। देखो कैसी खेड वरती है। जदों जहांगीर महाराज को गुरु अर्जन साहब को शहीद करता, उदों गुरु अर्जन देव महाराज ते जहांगीर, औरंगजेब जिहड़ा जहांगीर का पोतरा ते गुरु तेग बहादुर गुरु अर्जन देव जी के पोतरे हैं। देखो कैसा कैसा कौतक है, क्योंकि गुरु हरगोबिंद सच्चे पातशाह महाराज जी के पुत्र श्री गुरु अर्जुन देव जी, गुरु हरगोबिंद साहब ते गुरु हरगोबिंद साहब जी के गुरु तेग बहादुर महाराज जी। महाराज कहते हैं कि मेरे दादे नूं इहदे दादे ने तसीह दे के शहीद किया सी, जो पोतरा ते दूजे बने मैं गुरु अर्जन साहब का पोतरा हाँ। ते महाराज ने फिर शब्द क्या विद्वान किया कि जो बार बार विखा रहा सी ना, महाराज कहते तेनों पता नहीं मेरा नाम की है? मेरा नाम मेरे पिता ने तेग बहादुर रखा है, ते तेग बहादुर के अर्थ की है? महाराज अरविंद कहते मैं करके विखाने तेन। उत्थे फिर सतरा ने कवि दिया कि महाराज ने कहा मैं हाँ तेग ते कट लै तेग तू भी, एक दो नहीं परख लै 100 तेगा, मैनू लकब है तेग बहादुरी का, मेरे सामने नहीं सकदियां हो तेगा। मैं तो जमदियां तेगां दी शाह मानी वेख, पिता दियां पहनियां 2 तेगा। मेरे पिता की अनक बहादुरी नूं रिहा परखदा तेरा प्यो तेगा, हुण वेखी आउंदे भविख अंदर मेरे पुत्र ने वाहुणियां ओ तेगां।
ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਹੇਗੀ ਤੇਰੀਆਂ ਖੋਹ ਤੇਗਾਂ। ਮਹਾਰਾਜ ਨੇ ਕਿਹਾ ਤੂੰ ਤੇਗ ਤੋਂ ਡਰਾਉਣਾ ਹੈ? ਆਉਣ ਵਾਲਾ ਸਮਾਂ ਆਏਗਾ, ਮਹਾਰਾਜ ਨੇ ਕਿਹਾ ਸਾਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿ ਰਹੇ ਸਨ ਕਿ ਜੋ ਕੁਝ ਇੱਥੇ ਹੋਣਾ ਹੈ। ਮਹਾਰਾਜ ਨੇ ਕਿਹਾ ਤੂੰ ਮੈਨੂੰ ਤੇਗ ਤੋਂ ਕੀ ਡਰਾਉਣਾ ਹੈ? ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਧ ਸੰਗਤ ਜੀ ਜਲਾਦ ਨੇ ਤਲਵਾਰ ਦਾ ਸ਼ਸਤਰ ਦਾ ਵਾਰ ਕੀਤਾ। ਮਹਾਰਾਜ ਦਾ ਜਿਹੜਾ ਸੀਸ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਧੜ ਤੋਂ ਅਲੱਗ ਹੋ ਜਾਂਦਾ ਹੈ। ਕਹਿੰਦੇ ਨੇ ਕਿ ਉਸ ਵੇਲੇ ਇੰਨੇ ਤੂਫਾਨ, ਇੰਨੀ ਹਨੇਰੀ ਇੰਨਾ ਜ਼ਿਆਦਾ ਆਇਆ ਕਿ ਜਿਹੜਾ ਕਿਸੇ ਨੂੰ ਕੁਝ ਉੱਥੇ ਪਤਾ ਨਹੀਂ ਸੀ ਲੱਗ ਰਿਹਾ। ਜੋ ਵਿਦਵਾਨ ਕਹਿ ਰਹੇ ਨੇ, ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਨੂੰ ਸਾਧ ਸੰਗਤ ਜੀ ਇੱਕਦਮ ਚੁੱਕਿਆ, ਆਪਣੇ ਸੀਨੇ ਨਾਲ ਲਾਇਆ, ਮੰਜ਼ਲਾਂ ਨੂੰ ਮਾਰਦਾ ਹੋਇਆ 5 ਦਿਨਾਂ ਬਾਅਦ ਇਹ ਸਿੱਖ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦਾ ਹੈ। ਸਤਿਗੁਰੂ ਜੀ ਦੇ ਸੀਸ ਨੂੰ ਧੜ ਨੂੰ ਭਾਈ ਲੱਖੀ ਸ਼ਾਹ, ਇਹ ਭਾਈ ਮਨੀ ਸਿੰਘ ਦੇ ਸਹੁਰਾ ਸਾਹਿਬ ਨੇ, ਭਾਈ ਮਨੀ ਸਿੰਘ ਦੇ ਸਹੁਰਾ ਸਾਹਿਬ ਲੱਖੀ ਸ਼ਾਹ ਬਣਜਾਰਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨਾਂ ਨੇ ਆਪਣੇ ਘਰ 'ਚ ਲਿਜਾ ਕੇ ਮਹਾਰਾਜ ਦੇ ਧੜ ਨੂੰ ਸੰਸਕਾਰ ਕੀਤਾ। ਇਉਂ ਕਹਿ ਲਓ ਘਰ ਨੂੰ ਅੱਗ ਨਹੀਂ ਲਾਈ, ਘਰ ਬਣਾਇਆ ਅਸਲ ਵਿੱਚ। ਵਿਦਵਾਨ ਕਹਿੰਦੇ, ਆਪਾਂ ਕਹਿੰਦੇ ਘਰ ਨੂੰ ਅੱਗ ਲਾਈ, ਕਹਿੰਦੇ ਘਰ ਨੂੰ ਅੱਗ ਨਹੀਂ ਲੱਗੀ, ਅਸਲ 'ਚ ਘਰ ਬਣਿਆ ਹੀ ਉੱਧਰ ਸੀ, ਕਿਉਂਕਿ ਗੁਰੂ ਉਹ ਸਦਾ ਲਈ ਬਣ ਗਿਆ ਨਾ। ਉਹੀ ਰਕਾਬਗੰਜ ਗੁਰਦੁਆਰਾ ਸਾਹਿਬ ਉਹਦਾ ਘਰ ਸੀ, ਇਹ ਸਦਾ ਲਈ ਉਹ ਸਾਧ ਸੰਗਤ ਜੀ ਘਰ ਐਸਾ ਬਣਿਆ ਜਿਹੜਾ ਰਹਿੰਦੀ ਦੁਨੀਆ ਤੱਕ ਉਹ ਘਰ ਰਹਿਣਾ ਹੈ। ਇਹਨੂੰ ਕੋਈ ਮਿਟਾ ਨਹੀਂ ਸਕਦੇ ਦੁਨੀਆ ਦੀ ਤਾਕਤ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲੇ ਸੀਸ ਪਹੁੰਚਦਾ ਹੈ। ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਆਪਣੇ ਪੁੱਤ ਦਾ ਸੀਸ ਦੇਖਦੇ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਧਰਮ ਪਤਨੀ ਮਾਤਾ ਗੁਜਰੀ ਜੀ ਉਹ ਆਪਣੇ ਪਤੀ ਦਾ ਸੀਸ ਦੇਖਦੇ ਹੈ। ਗੁਰੂ ਗੋਬਿੰਦ ਸਿੰਘ ਆਪਣੇ ਪਿਤਾ ਦਾ ਸੀਸ ਦੇਖਦੇ ਹੈ। ਤੇ ਭਾਈ ਜੈਤੇ ਨੂੰ ਗੱਲ ਵਕੜੀ 'ਚ ਲੈ ਕੇ ਕਹਿੰਦੇ ਨੇ, ਜੈਤਿਆ ਤੂੰ ਇੱਕ ਉਹ ਫਰਜ਼ ਨਿਭਾਇਆ ਜਿਹੜਾ ਸੱਚਮੁੱਚ ਪੁੱਤ ਵਾਲਾ ਫਰਜ਼ ਹੁੰਦਾ, ਤੂੰ ਨਿਭਾਇਆ ਹੈ। ਉੱਥੇ ਫਿਰ ਮਹਾਰਾਜ ਨੇ ਕਿਹਾ ਕਿ ਰੰਗਰੇਟੇ ਗੁਰੂ ਕੇ ਬੇਟੇ, ਤੂੰ ਗੁਰੂ ਦੇ ਪੁੱਤਰ, ਗੁਰੂ ਦਾ ਬੇਟਾ ਹੈ। ਤਾਂ ਅਸੀਂ ਵੱਖਰੀ ਗੱਲ ਹੈ ਵੀ ਅਸੀਂ ਨਹੀਂ ਉਹਨਾਂ ਨੂੰ ਜੋੜਿਆ ਨਾਲ, ਅਸੀਂ ਉਹਨਾਂ ਦੇ ਗੁਰਦੁਆਰੇ ਵੱਖਰੇ ਬਣਾਤੇ। ਤੇ ਅੱਜ ਵੀ ਤੁਸੀਂ ਦੇਖੋ ਜੋ ਕੁਝ ਹੁੰਦਾ ਵੱਖਰੇਵੇਂ ਪਏ ਹੋਏ ਨੇ। ਖੈਰ ਮਹਾਰਾਜ ਨੇ ਗੱਲ ਵਕੜੀ 'ਚ ਲੈ ਕੇ ਗੱਲ ਨਾਲ ਲਾ ਕੇ ਆਪਣੇ ਬਣਾ ਕੇ ਕਹਿ ਦਿੱਤਾ ਤੁਸੀਂ ਮੇਰੇ ਪੁੱਤਰ ਹੋ, ਮੇਰੇ ਫਰਜ਼ੰਦ ਹੋ। ਸਤਿਗੁਰੂ ਜੀ ਦਾ ਉੱਥੇ ਸਾਧ ਸੰਗਤ ਜੀ ਸੰਸਕਾਰ ਦਿੱਲੀ 'ਚ ਹੋ ਜਾਂਦਾ ਹੈ। ਧੜ ਦਾ ਤੇ ਸੀਸ ਦਾ ਜਿਹੜਾ ਉਹ ਅਨੰਦਪੁਰ ਸਾਹਿਬ ਹੁੰਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਮੈਂ ਸਮਾਪਤੀ ਕਰਨ ਲੱਗਿਆ, ਥੋੜੇ ਜਿਹੇ ਬਚਨ ਹੁਣ ਬਾਣੀ 'ਚੋਂ ਕਹਿਣੇ। ਇਹ ਸੀ ਇਤਿਹਾਸ, ਕਿਉਂਕਿ ਬਾਣੀ ਤੋਂ ਸ਼ੁਰੂਆਤ ਕੀਤੀ, ਬਾਣੀ ਤੇ ਹੀ ਸਮਾਪਤੀ ਕਰਨੀ ਚਾਹੁੰਦਾ ਮੈਂ ਮਹਾਰਾਜ ਦੇ ਸ਼ਬਦਾਂ ਦੇ ਨਾਲ ਹੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਸਾਧ ਸੰਗਤ ਸਾਨੂੰ। ਇਹਨਾਂ ਮਹਾਰਾਜ ਨੇ ਬਾਣੀ ਦੇ ਵਿੱਚ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਭੈ ਭਾਵਨੀ ਰਜ਼ਾ, ਉਹਦੇ ਨਾਮ ਜਪਣ ਦੀ, ਸਰੀਰ ਨਾਸ਼ਵੰਤਾ ਦੀ ਗੱਲ ਬਹੁਤ ਕੀਤੀ ਮਹਾਰਾਜ ਨੇ। ਇੱਕ ਦੋ ਮੈਂ ਸ਼ਬਦ ਕਹਿਣੇ ਆ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਸ਼ਬਦ ਭਾਈ ਸਾਹਿਬ ਨੇ ਕੀਰਤਨ ਰੂਪ ਵਿੱਚ ਤੁਹਾਨੂੰ ਅਖੀਰ ਤੇ ਸੁਣਾਇਆ, ਉਹ ਸੱਚਮੁੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਇਕੱਲਿਆਂ ਦੀ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਦੇ ਪਰਿਵਾਰ ਨੇ ਪ੍ਰੈਕਟੀਕਲ ਉਸ ਸ਼ਬਦ ਦੀ ਵਿਆਖਿਆ ਕਰਕੇ ਸਾਨੂੰ ਦੱਸੀ ਵੀ ਆਹ ਵਿਆਖਿਆ ਹੈ। ਅਸੀਂ ਤਾਂ ਸ਼ਬਦ ਪੜ੍ਹ ਲਾਂਗੇ, ਪਰ ਸਾਰੇ ਪਰਿਵਾਰ ਨੇ ਵਿਆਖਿਆ ਕਰਕੇ ਦੱਸੀ ਉਹ ਕਿਹੜਾ ਸ਼ਬਦ ਹੈ ਜਿਹਦੇ ਚ ਮਹਾਰਾਜ ਨੇ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਗੈ, ਲੋਭ ਮੋਹ ਅਭਮਾਨਾ, ਹਰਕ ਸੁਖ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਹਿ, ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜੋ ਪਾਨੀ ਸੰਗ ਪਾਨੀ। ਮਹਾਰਾਜ ਨੇ ਕਿਹਾ ਬਾਣੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ। ਇਹ ਮਹਾਰਾਜ ਸਭ ਪ੍ਰੇਰਨਾ ਦਿੰਦੇ ਆ ਵੀ ਇਹ ਸਰੀਰ ਇੱਕ ਦਿਨ ਭੱਜ ਜਾਣਾ, ਖਤਮ ਹੋ ਜਾਣਾ ਹੈ। ਮਹਾਰਾਜ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਸ਼ਿਰ ਸ਼ਿਰ ਔਤ ਬਿਹਾਦ ਹੈ, ਫੂਟੇ ਘਟ ਜੋ ਪਾਨੀ, ਹਰ ਗੁਣ ਕਾਹੇ ਨਾ ਗਾਵੇ, ਮੂਰਖ ਅਗਿਆਨਾ, ਝੂਠੇ ਲਾਲਚ ਲਾ ਕੇ ਮੈਂ ਮਰਨ ਪਛਾਨਾ, ਅਜੂ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਇੱਕ ਸ਼ਬਦ ਹੋਰ ਕਹਿ ਦਈਏ ਮਹਾਰਾਜ ਦਾ, ਮਹਾਰਾਜ ਕਹਿੰਦੇ ਕਿਤੇ ਦੌੜਿਓ ਭੱਜਿਓ ਨਾ ਜੀ। ਵਾਹਿਗੁਰੂ ਪਰਮਾਤਮਾ ਨੂੰ ਮਿਲਣਾ ਨਾ ਤੇ ਮਹਾਰਾਜ ਕਹਿੰਦੇ ਨੇ, ਕਾਹੇ ਰੇਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਭੋਗ ਮਦ ਜਿਉ ਬਾਸ ਬਸਤ ਹੈ, ਮੁਕਰ ਮਾਏ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭ੍ਰਮ ਕੀ ਕਾਈ। ਮਹਾਰਾਜ ਕਹਿੰਦੇ ਕਿ ਕਿਉਂ ਦੌੜੇ ਭੱਜੇ ਫਿਰਦੇ ਵੀ ਰੱਬ ਕਿਤੇ ਉੱਧਰ ਇੱਧਰ ਮਿਲੇਗਾ। ਮਹਾਰਾਜ ਕਹਿੰਦੇ ਨਹੀਂ, ਉਹ ਹਰ ਜਗ੍ਹਾ ਤੇ ਮੌਜੂਦ ਹੈ ਪਰਮਾਤਮਾ।
ਬਸ ਉਹਨੂੰ ਮਹਿਸੂਸ ਕਰੋ ਪਰਮਾਤਮਾ ਨੂੰ। ਅੱਜ ਦਾ ਮਹਾਰਾਜ ਦਾ ਜੋ ਸ਼ਬਦ ਹੈ ਸਾਧ ਸੰਗਤ ਜੀ, ਅਸੀਂ ਜਿਹਦੀ ਲੜੀਵਾਰ ਕਥਾ 'ਚ ਵਿਚਾਰ ਕਰ ਰਹੇ ਹਾਂ, ਉਹਦੇ 'ਚ ਵੀ ਮਹਾਰਾਜ ਨੇ ਇਹੀ ਕਿਰਪਾ ਕੀਤੀ ਕਿ ਜੋ ਪ੍ਰਾਨੀ, ਇੱਥੋਂ ਹੀ ਆਪਾਂ ਸ਼ੁਰੂਆਤ ਕੀਤੀ, ਮੈਂ ਉੱਥੇ ਹੀ ਸਮਾਪਤੀ ਕਰਨ ਲੱਗਿਆ। ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਸੱਚਮੁੱਚ ਇਹ ਸ਼ਲੋਕ ਜਿਹੜਾ ਹੈ ਨਾ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਆਖਿਆ ਕਰ ਰਿਹਾ ਹੈ, ਉਹਨਾਂ ਸਿੱਖਾਂ ਦੀ ਵਿਆਖਿਆ ਕਰ ਰਿਹਾ ਹੈ ਜਿਹੜੇ ਨਿਸ ਦਿਨ ਪਰਮਾਤਮਾ ਨਾਲ ਇੰਨੇ ਕਾ ਭੇਦ ਹੋ ਗਏ, ਉਹਨਾਂ ਵਿੱਚ ਤੇ ਰੱਬ ਵਿੱਚ ਕੋਈ ਅੰਤਰ ਨਹੀਂ ਹੈ, ਜਿਨ੍ਹਾਂ ਨੂੰ ਅਸੀਂ ਯਾਦ ਕਰ ਰਹੇ ਹਾਂ। ਸਤਿਗੁਰੂ ਕਿਰਪਾ ਕਰਨ, ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਅਸੀਂ ਆਪਣਾ ਜੀਵਨ ਬਤੀਤ ਕਰੀਏ, ਭਟਕਣਾ ਤੋਂ ਬਾਹਰ ਨਿਕਲੀਏ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨਦਿਆਂ ਹੋਇਆਂ ਇਹਨਾਂ ਦੇ ਚਰਨਾਂ 'ਚ ਆ ਕੇ ਹਰ ਦੁੱਖ ਸੁੱਖ ਮਹਾਰਾਜ ਦੇ ਚਰਨਾਂ 'ਚ ਆ ਕੇ ਬੇਨਤੀ ਕਰ ਸਕਦੇ ਹਾਂ। ਤੇ ਸਤਿਗੁਰੂ ਤੋਂ ਬਿਨਾਂ ਕਿਤੇ ਵੀ ਭਟਕਣ ਦੀ ਜਾਣ ਦੀ ਸਾਨੂੰ ਜ਼ਰੂਰਤ ਲੋੜ ਨਹੀਂ ਹੈ। ਸਤਿਗੁਰੂ ਦੇ ਪੂਰਨ ਭਰੋਸਾ ਯਕੀਨ ਰੱਖੀਏ, ਜਿਨ੍ਹਾਂ ਰੱਖਿਆ ਉਹਨਾਂ ਆਰਿਆਂ ਨਾਲ ਤਨ ਵੀ ਚਰਵਾ ਲਏ, ਬੰਦ ਵੀ ਕਟਵਾ ਲਏ, ਉਹਨਾਂ ਖੋਪਰੀਆਂ ਵੀ ਲਵਾ ਲਈਆਂ, ਦੇਗਾਂ 'ਚ ਵੀ ਉਬਾਲੇ ਖਾ ਲਏ, ਪਰ ਆਪਣੇ ਗੁਰੂ ਦਾ ਪੱਲਾ ਨਹੀਂ ਛੱਡਿਆ। ਅੱਜ ਕਿਹੜਾ ਸਾਡੇ ਤੇ ਇਹੋ ਜਿਹਾ ਜ਼ੁਲਮ ਹੁੰਦਾ ਵੀ ਅਸੀਂ ਗੁਰੂ ਛੱਡ ਕੇ ਇੱਧਰ ਉੱਧਰ ਭਟਕੇ ਫਿਰੀਏ। ਅੱਜ ਤਾਂ ਇੰਨੀਆਂ ਰਹਿਮਤਾਂ ਸਤਿਗੁਰੂ ਸਾਨੂੰ ਸਿੱਖਾਂ ਨੂੰ ਵਰਤਾ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ। ਆਪ ਦੁੱਖ ਝੱਲ ਕੇ ਸਾਡੇ ਵਾਸਤੇ ਮਹਾਰਾਜ ਨੇ ਸੁੱਖ ਬਖਸ਼ਿਸ਼ ਕੀਤੇ ਆ। ਇਹ ਜਿਹੜਾ ਮਹੀਨਾ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਦਸੰਬਰ ਦਾ ਮਹੀਨਾ ਜੋ ਸ਼ੁਰੂ ਹੋਇਆ ਹੈ, ਇਹ ਸਾਰਾ ਮਹੀਨਾ ਤੁਸੀਂ ਤੁਹਾਨੂੰ ਯਾਦ ਰੱਖਣੀਆਂ ਚਾਹੀਦੀਆਂ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ, ਚਲੋ ਇਹਦੇ ਨਾਲ ਫਿਰ ਅੱਗੋਂ ਸ਼ੁਰੂ ਹੋ ਜਾਂਦੀ ਗੁਰੂ ਗੋਬਿੰਦ ਸਿੰਘ ਦਾ ਸਾਰਾ ਹੀ ਪਰਿਵਾਰ ਜਿਹੜਾ ਹੈ, ਸਾਹਿਬਜ਼ਾਦੇ, ਛੋਟੇ ਮਾਤਾ ਜੀ, ਉਹ ਅੱਗੇ ਜ਼ਿਕਰ ਆਉਣਾ ਜਦੋਂ ਆਪਾਂ ਦੀਵਾਨ ਚੱਲਣੇ ਨੇ। ਬਸ ਆਪਣੇ ਗੁਰੂ ਨੂੰ ਸਮਰਪਿਤ ਰਹੀਏ ਤੇ ਇਸ ਮਹੀਨੇ ਵਿੱਚ ਉਹਨਾਂ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਨੂੰ ਵੀ ਜ਼ਰੂਰ ਆਪਣੇ ਹਿਰਦੇ ਦੇ ਵਿੱਚ ਥਾਂ ਦਈਏ ਤੇ ਉਹਨਾਂ ਦੇ ਚਰਨਾਂ 'ਚ ਅਰਦਾਸ ਕਰੀਏ। ਸਾਨੂੰ ਸਤਿਗੁਰੂ ਬਲ ਬਖਸ਼ਿਸ਼ ਕਰੇ, ਰਹਿਮਤਾਂ ਕਰੇ ਸਤਿਗੁਰੂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਸਾਰੀ ਸੰਗਤ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।